श्री गुरु ग्रंथ साहिब उदद बंदों कर अनुराग एकंकारा सतगुरु तेह प्रसाद सच होए। वाहिगुरु जी की फतेह बिघ्न विनाशन सोए। वाहिगुरु जी की फतेह बिघ्न विनाशन सोए। वाहिगुरु जी एहो मेरी सिख मन चई कारज नह संपूर्ण तेई। गुर सिखन ते निध करन करनो कव करो अनादर नाही मन धरनो। यो मेरी सिख मान जई। वाहिगुरु जी का खालसा वाहिगुरु जी की फतेह। जुगो जुग टल दसां पातशाहियां दे आत्म स्वरूप ज्ञान दे मुजस्मे लोक परलोक के रखवाले धन धन साहिब श्री गुरु ग्रंथ साहिब शब्द गुरु जी दे पावन पवित्र चरना कमलों विखे शोभनीक परम सन्मानयोग गुरु सवारे गुरु खालसा साध संगत जीओ। ਵੱਡੇ ਭਾਗਾਂ ਵਾਲੇ ਗੁਰਸਿੱਖਾਂ ਨੂੰ ਧੰਨ ਧੰਨ ਅਮਰ ਸ਼ਹੀਦ ਸੰਤ ਸਿਪਾਹੀ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਵਿੱਤਰ ਇਤਿਹਾਸਕ ਗੁਰ ਅਸਥਾਨ ਗੁਰਦੁਆਰਾ ਸ੍ਰੀ ਸ਼ਹੀਦਗੰਜ ਸਾਹਿਬ ਜੀ ਵਿਖੇ ਪ੍ਰੇਮਾ ਭਾਵਨੀ ਸ਼ਰਧਾ ਦੇ ਸਹਿਤ ਨਿੱਤਾ ਪ੍ਰਤੀ ਦੀ ਤਰ੍ਹਾਂ ਸਤਿਗੁਰਾਂ ਦੇ ਪਾਵਨ ਇਤਿਹਾਸ ਨੂੰ ਸਤਿਗੁਰਾਂ ਦੇ ਗੁਰਸਿੱਖਾਂ ਦੀਆਂ ਸਾਖੀਆਂ ਨੂੰ ਸ਼ਰਵਣ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਸਫਲਾਉਣ ਦਾ ਇਹ ਮਹਾਨ ਆਹਰ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤੇ ਸਾਡੀ ਗਰੀਬਾਂ ਦੀ ਹਾਜ਼ਰੀ ਤਨ ਕਰਕੇ ਵੀ ਮਨ ਕਰਕੇ ਵੀ ਆਪਣੇ ਚਰਨਾਂ ਵਿੱਚ ਲਵਾ ਲੈਣ। ਜੋ ਲੜੀਵਾਰ ਕਥਾ ਦਾ ਪ੍ਰਵਾਹ ਜਾਰੀ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜੀ ਦੇ ਵਿੱਚੋਂ ਦੂਸਰੀ ਰਾਸ ਦਾ 49ਵਾਂ ਅਧਿਆਏ ਜਾਰੀ ਹੈ। ਪਿੱਛੇ ਆਪਾਂ ਸ਼ਰਵਣ ਕੀਤਾ ਕਿ ਇੱਕ ਗੁਰੂ ਕਾ ਸਿੱਖ ਜਿਸ ਦਾ ਨਾਮ ਹੈ ਭਾਈ ਬੁੱਧੂ ਜੀ, ਇਹਨੇ ਬਹੁਤ ਕਰਜ਼ਾ ਚੁੱਕ ਕੇ ਤੇ ਕਾਰੀਗਰਾਂ ਮਜ਼ਦੂਰਾਂ ਦੇ ਕੋਲੋਂ ਉਧਾਰ ਕੁਝ ਰਕਮ ਦਿਆਂਗਾ ਕੁਝ ਬਾਅਦ ਵਿੱਚ ਦਿਆਂਗਾ ਕੰਮ ਕਰਵਾਇਆ। ਕਾਰੋਬਾਰ ਕੰਮ ਬੜਾ ਵੱਡਾ ਸੀ, ਇੱਟਾਂ ਦਾ ਬਹੁਤ ਵੱਡਾ ਆਵਾ ਇਹਨੇ ਲਾਇਆ। ਇਹ ਲੱਖਾਂ ਰੁਪਈਆਂ ਦੀ ਖੇਡ ਬਣ ਜਾਣੀ ਸੀ। ਸਾਧ ਸੰਗਤ ਜੀ ਹਜ਼ਾਰਾਂ ਰੁਪਈਏ ਤਾਂ ਕਰਜ਼ਾ ਹੀ ਚੁੱਕਿਆ ਹੋਇਆ ਹੈ। ਅਮੀਰ ਸਿੱਖ ਬਹੁਤ ਹੈ। ਅੱਜ ਵੀ ਵੇਖਦੇ ਹਨ ਜਿਹੜਾ ਬਹੁਤਾ ਵੱਡਾ ਬਿਜ਼ਨਸਮੈਨ ਹੋਵੇਗਾ ਉੱਡਾ ਹੀ ਜ਼ਿਆਦਾ ਕਰਜ਼ਾ ਵੀ ਉਹਦੇ ਸਿਰ ਤੇ ਹੋਵੇਗਾ। ਇਹ ਕਾਰੋਬਾਰ ਕਰਨ ਲਈ ਇਸੇ ਤਰ੍ਹਾਂ ਹੀ ਕਰਨਾ ਪੈਂਦਾ। ਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਮਹਾਰਾਜ ਜੀ ਦੇ ਕੋਲੋਂ ਬਚਨ ਵੀ ਲੈ ਲਿਆ ਕਾਰਜ ਦੀ ਸਿੱਧੀ ਹੋਣ ਦਾ। ਵਾਪਸ ਆਇਆ, ਆਪਣਾ ਕਾਰਜ ਰਾਸ ਕਰਕੇ ਆਵੇ ਨੂੰ ਅੱਗ ਦੇ ਦਿੱਤੀ ਹੈ। ਤੇ ਜਦੋਂ ਸਤਿਗੁਰਾਂ ਦਾ ਨਾਮ ਲੈ ਕੇ ਮੇਰੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਧਿਆ ਕੇ ਇਹਨੇ ਆਵੇ ਦੀ ਮੋਹਰੀ ਖੋਲੀ, ਥੋੜੀਆਂ ਇੱਟਾਂ ਵਿੱਚੋਂ ਕੱਢੀਆਂ। ਇੱਟਾਂ ਬੜੀਆਂ ਵਧੀਆ ਨਿਕਲੀਆਂ, ਐ ਲਾਲ ਪੱਕੀਆਂ ਹੋਈਆਂ। ਬੜਾ ਖੁਸ਼ ਹੋ ਗਿਆ, ਮੇਰਾ ਕਾਰੋਬਾਰ ਪੂਰਾ ਹੋ ਗਿਆ। ਹੁਣ ਮੈਨੂੰ ਕੋਈ ਡਰ ਨਹੀਂ, ਕੋਈ ਭੈ ਨਹੀਂ, ਹੁਣ ਤਾਂ ਮੇਰਾ ਕਾਰਜ ਰਾਸ ਹੋ ਗਿਆ ਸਾਰਾ ਹੀ। ਇਹਨੇ ਆਪਣੇ ਘਰ ਵਿੱਚ ਸਮਾਗਮ ਕਰਵਾਇਆ, ਜਿਵੇਂ ਆਪਾਂ ਵੀ ਘਰਾਂ ਦੇ ਵਿੱਚ ਕਰਵਾਉਂਦੇ ਆ ਨਾ ਗੁਰਮਤਿ ਦੇ ਸਮਾਗਮ। ਵੈਸੇ ਸਾਲ ਵਿੱਚ ਇੱਕ ਵਾਰ ਤਾਂ ਜ਼ਰੂਰ ਹੀ ਕਰਨਾ ਚਾਹੀਦਾ।
ਸਤਿਗੁਰਾਂ ਦੇ ਚਰਨ ਪਵਾਉਣੇ ਚਾਹੀਦੇ। ਜ਼ਰੂਰੀ ਨਹੀਂ ਹੈ ਕਿ ਬਹੁਤ ਮਾਇਆ ਹੀ ਕੋਲ ਹੋਵੇ ਤਾਂ ਇਹ ਕਾਰਜ ਹੋਣਾ ਹੈ। ਅਸੀਂ ਸਮਝ ਲੈਂਦੇ ਹਾਂ ਮਾਇਆ ਕੋਲ ਹੋਵੇਗੀ ਤਾਂ ਗੁਰੂ ਦੇ ਚਰਨ ਪਵਾਵਾਂਗੇ ਨਾ, ਨਹੀਂ। ਇਹ ਮਾਇਆ ਦੀ ਖੇਡ ਨਹੀਂ ਹੈ, ਇਹ ਸ਼ਰਧਾ ਦੀ ਖੇਡ ਹੈ। ਖਾਲਸਾ ਜੀ, ਆਪ ਸਹਿਜ ਪਾਠ ਕਰਨਾ ਜਾਂ ਆਪ ਗੁਰੂ ਕੀ ਬਾਣੀ ਸੁਖਮਨੀ ਸਾਹਿਬ ਜੀ ਦਾ ਪਾਠ ਹੀ ਘੱਟੋ ਘੱਟ ਆਪਾਂ ਆਪ ਕਰ ਸਕਦੇ ਹਾਂ ਜੇ ਸ਼ਰਧਾ ਹੋਵੇ, ਪ੍ਰੇਮ ਭਾਵਨਾ ਹੋਵੇ। ਭਾਵੇਂ ਸਾਦਾ ਦਾਲ ਫੁਲਕਾ ਹੀ ਗੁਰੂ ਕੀਆਂ ਸੰਗਤਾਂ ਦੇ ਸਨਮੁਖ ਆਪਾਂ ਸੇਵਾ ਵਿੱਚ ਹਾਜ਼ਰ ਕਰੀਏ, ਸ਼ਰਧਾ ਦੀ ਗੱਲ ਹੈ। ਤਾਂ ਜਦੋਂ ਸਮਾਗਮ ਹੋਇਆ, ਕੀਰਤਨ ਹੋਇਆ, ਕਥਾ ਹੋਈ ਤੇ ਲੰਗਰ ਕਈ ਪ੍ਰਕਾਰ ਦਾ ਤਿਆਰ ਹੋਇਆ ਸੀ। ਸਾਧ ਸੰਗਤ ਜੀ, ਪੁਰਾਣੇ ਸਮੇਂ ਦੇ ਜਿਹੜੇ ਆਪ ਬਜ਼ੁਰਗ ਬੈਠੇ ਹੋ ਨਾ, ਆਪ ਭਲੀ ਪ੍ਰਕਾਰ ਇਹ ਜਾਣਦੇ ਹੋ, ਵੇਖਿਆ ਵੀ ਹੈ। ਹੁਣ ਅਸੀਂ ਕੁਝ ਥੋੜ੍ਹਾ ਜਿਹਾ ਫਾਰਮੈਲਿਟੀਆਂ ਵੱਲ ਤੁਰ ਪਏ ਹਾਂ। ਸਾਰਾ ਸਮਾਜ ਹੀ ਤੁਰ ਪਿਆ, ਕਿਸੇ ਇੱਕ ਬੰਦੇ ਦਾ ਕਸੂਰ ਨਹੀਂ ਹੈ। ਜਿਹੜੀ ਤਾਂ ਘਰ ਦੀ ਕੋਈ ਮਾਈ ਹੁੰਦੀ, ਘਰ ਦੀਆਂ ਬੀਬੀਆਂ ਹੁੰਦੀਆਂ, ਉਹਨਾਂ ਨੇ ਲੋਹ ਤੇ ਬੈਠੀਆਂ ਹੋਣਾ, ਪ੍ਰਸ਼ਾਦੇ ਪਕਾ ਰਹੀਆਂ ਹੋਣਾ। ਜਦੋਂ ਘਰ ਵਿੱਚ ਸਮਾਗਮ ਹੋਣਾ ਤੇ ਘਰ ਦੀਆਂ ਬੀਬੀਆਂ ਨੇ, ਮਾਈਆਂ ਨੇ ਪ੍ਰਸ਼ਾਦੇ ਆਪ ਪਕਾ ਰਹੀਆਂ ਹੋਣਾ, ਆਪ ਉਹਨਾਂ ਨੇ ਸਬਜ਼ਾ ਭਾਜਾ ਮਿੱਠਾ ਜੋ ਵੀ ਤਿਆਰ ਕਰਨਾ ਆਪ। ਤੇ ਜਿਹੜਾ ਘਰ ਦਾ ਸਿਆਣਾ ਬਜ਼ੁਰਗ ਹੋਣਾ ਨਾ, ਉਹਨੇ ਦਰਵਾਜ਼ੇ ਦੇ ਵਿੱਚ ਸੰਗਤਾਂ ਦਾ ਸਵਾਗਤ ਕਰਨਾ, ਨਾਲੇ ਜੋੜੇ ਉੱਥੇ ਲਾਉਣੇ ਤੇ ਉਹਨੇ ਆਪਣੇ ਗਲ ਵਿੱਚ ਪਾਏ ਪੱਲੇ ਨਾ ਜੋੜੇ ਸਾਫ਼ ਕਰਨੇ, ਜੋੜੇ ਚਾਰ। ਜਿਹੜੇ ਘਰ ਦੇ ਨੌਜਵਾਨ ਨੇ, ਇਹਨਾਂ ਨੇ ਆਪ ਲੰਗਰ ਵਰਤਾਉਣਾ, ਆਪ ਸੇਵਾ ਕਰਨਾ। ਜਿਹੜੀਆਂ ਬੀਬੀਆਂ ਸੰਗਤ ਆਈ ਹੋਈ ਹੈ ਨਾ, ਉਹਨਾਂ ਨੇ ਭਾਂਡੇ ਮਾਂਜਣ ਦੀ ਸੇਵਾ ਕਰਨ ਲੱਗ ਪਏ। ਇਸ ਤਰ੍ਹਾਂ ਗੁਰਮਤਿ ਦੇ ਸਮਾਗਮ ਹੋਣੇ ਘਰਾਂ ਦੇ ਵਿੱਚ, ਪ੍ਰੋਗਰਾਮ ਜਦੋਂ ਕੋਈ। ਸਮਾਂ ਬਦਲਿਆ ਹੁਣ ਤਾਂ। ਸਾਧ ਸੰਗਤ ਜੀ, ਖਿਮਾ ਕਰਨਾ, ਮੈਂ ਕਿਸੇ ਦੇ ਟਾਂਚ ਨਹੀਂ ਕਰ ਰਿਹਾ, ਧਿਆਨ ਦੇਣਾ ਜੀ। ਇਹ ਇੱਕ ਬੰਦੇ ਦਾ ਕਸੂਰ ਨਹੀਂ ਕਿਸੇ ਦਾ। ਜਿਵੇਂ ਕਹਿੰਦੇ ਨਾ, ਤੰਦ ਨਹੀਂ ਤਾਣੀ ਵਿਗੜ ਗਈ ਹੈ, ਇੱਕ ਦਾ ਕਸੂਰ ਥੋੜੀ ਹੈ। ਆਪ ਜਾਣਦੇ ਹੀ ਹੋ, ਜਦੋਂ ਕੋਈ ਪ੍ਰੋਗਰਾਮ ਹੋਵੇ ਤੇ ਕੀ ਬੀਬੀਆਂ ਤੇ ਕੀ ਭਾਈ ਤੇ ਕੀ ਨੌਜਵਾਨ ਬੱਚੇ ਸਾਰੇ ਤਿਆਰ ਹੋਣ ਤੇ ਜ਼ੋਰ ਦਿੱਤਾ ਹੁੰਦਾ ਹੈ। ਅਸਾਂ ਸਭ ਪਾਸੇ ਤਿਆਰ ਹੋਣ ਤੇ ਜ਼ੋਰ ਹੈ। ਜਿਨ੍ਹਾਂ ਨੇ ਭੋਜਨ ਪਕਾਉਣਾ ਉਹ ਵੀ ਕਿਰਾਏ ਤੇ, ਜਿਨ੍ਹਾਂ ਨੇ ਵਰਤਾਉਣਾ ਉਹ ਵੀ ਕਿਰਾਏ ਤੇ, ਸਾਰਾ ਬੰਦੋਬਸਤ ਹੀ ਕਿਰਾਏ ਤੇ। ਇਹ ਤਾਂ ਗੱਲ ਹੋ ਗਈ ਨਾ। ਸੰਤ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ, ਸਰਦਾਰ ਜਵਾਹਰ ਸਿੰਘ ਜੀ ਨਲਵਾ, ਸਰਦਾਰ ਹਰੀ ਸਿੰਘ ਨਲਵਾ ਦੇ ਸੁਪੁੱਤਰ, ਗੁਜਰਾਂ ਵਾਲੇ, ਉਹਨਾਂ ਦੇ ਘਰ ਬਾਬਾ ਜੀ ਨੇ ਉਤਾਰਾ ਕੀਤਾ। ਤੇ ਉਹਨਾਂ ਨੇ ਵੀ ਐਵੇਂ, ਕਿਉਂਕਿ ਬਹੁਤ ਵੱਡੇ ਸਰਦਾਰ ਸਨ, ਨੌਕਰ ਚਾਕਰ ਸੇਵਾਦਾਰ ਭੱਜੇ ਫਿਰਨ। ਤੇ ਬਾਬਾ ਜੀ ਨੇ ਪਹਿਲਾਂ ਕੁਝ ਨਹੀਂ ਕਿਹਾ। ਜਦੋਂ ਅਰਦਾਸ ਕਰਨ ਲੱਗੇ ਪ੍ਰਸ਼ਾਦਾ ਛਕ ਕੇ, ਤਾਂ ਅਰਦਾਸ ਵਿੱਚ ਇਹ ਆਖਿਆ, ਹੇ ਸੱਚੇ ਪਾਤਸ਼ਾਹ, ਦਾਣਾ ਪਾਣੀ ਗੁਰੂ ਕਾ ਤੇ ਟਹਿਲ ਸੇਵਾ ਇਹਨਾਂ ਸੇਵਕਾਂ ਦੀ, ਤੇ ਇਹਨਾਂ ਸੇਵਕਾਂ ਦੀ ਘਾਲ ਥਾਏ ਪਾਇਓ ਤੇ ਇਹਨਾਂ ਨੂੰ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਓ। ਜਦੋਂ ਇਹ ਅਰਦਾਸ ਹੋਈ, ਸਰਦਾਰ ਜਵਾਹਰ ਸਿੰਘ ਜੀ ਸਰਦਾਰ ਹਰੀ ਸਿੰਘ ਨਲਵੇ ਦੇ ਸੁਪੁੱਤਰ, ਉਹ ਕਹਿੰਦੇ ਬਾਬਾ ਜੀ ਸਾਡੀ ਅਰਦਾਸ ਨਹੀਂ ਕੀਤੀ। ਅੱਗੋਂ ਆਖਿਆ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ, ਕਹਿਣ ਲੱਗੇ ਸਰਦਾਰ ਜੀ ਇਹ ਦਾਣਾ ਪਾਣੀ ਤੁਹਾਡਾ ਹੈ ਕਿ ਗੁਰੂ ਦਾ? ਕਹਿਣ ਲੱਗੇ ਜੀ ਨਹੀਂ, ਦਾਣਾ ਪਾਣੀ ਤਾਂ ਸਭ ਗੁਰੂ ਦਾ ਹੀ ਦਿੱਤਾ ਹੋਇਆ, ਸਾਡਾ ਕੀ, ਕੁਛ ਵੀ ਨਹੀਂ। ਤੇ ਸੇਵਾ ਕਿਹਨਾਂ ਨੇ ਕੀਤੀ ਹੈ? ਹੱਥ ਜੋੜ ਕੇ ਕਹਿੰਦੇ ਜੀ ਵੇ ਸੇਵਾ ਤਾਂ ਸਾਰੀ ਸੇਵਕਾਂ ਨੇ, ਨੌਕਰਾਂ ਨੇ ਕੀਤੀ। ਨਾ ਤੂੰ ਆਪ ਸੇਵਾ ਕੀਤੀ, ਨਾ ਤੇਰੇ ਬੱਚਿਆਂ ਨੇ, ਨਾ ਤੇਰੀ ਘਰਵਾਲੀ ਨੇ, ਤੁਸੀਂ ਤੇ ਸਾਰਾ ਟੱਬਰ ਮੇਰੇ ਕੋਲ ਬਹਿ ਗਏ ਹੋ ਆ ਕੇ, ਸੇਵਾ ਤਾਂ ਕੀਤੀ ਨਹੀਂ। ਅਰਦਾਸ ਕਿਹਨਾਂ ਦੀ ਕਰਾਂ? ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦੀ, ਜਾਂ ਜਿਹੜੇ ਵਿਹਲੇ ਬੈਠੇ ਰਹੇ ਹੋ ਤੁਸੀਂ ਤਿਆਰ ਬਰ ਤਿਆਰ ਹੋ ਕੇ, ਸੋਹਣੇ ਕੱਪੜੇ ਪਾ ਕੇ? ਉਹਨਾਂ ਹੱਥ ਜੋੜ ਕੇ ਕਿਹਾ ਬਾਬਾ ਜੀ ਸ਼ਾਮਾਂ ਦਾ ਸਮਾਂ ਹੋਰ ਬਖਸ਼ ਦਿਓ,
ਫਿਰ ਤਕਾਲਾਂ ਤੱਕ ਬੀਬੀਆਂ ਨੇ ਵੀ ਕੀਮਤੀ ਦੁਪੱਟੇ ਚੁੰਨੀਆਂ ਨਹੀਂ ਲਏ, ਹੱਥੀਂ ਆਪ ਚੱਕੀ ਪੀਸੀ, ਤਾਜੇ ਪੀਸੇ ਅੰਨ ਦਾ ਭੋਜਨ ਪਕਾਇਆ ਤੇ ਆਪ ਗੁਰੂ ਕਿਆਂ ਪਿਆਰਿਆਂ ਨੇ ਹੱਥੀਂ ਉਹ ਵਰਤਾਇਆ। ਤੇ ਫਿਰ ਬਾਬਾ ਵੀਰ ਸਿੰਘ ਜੀ ਨੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਤੇਰੇ ਦਰ ਦੇ ਸੇਵਕ। ਇਹ ਸਿੱਖਿਆ ਹੈ ਸਾਡੇ ਲਈ। ਕੁਝ ਐਸਾ ਹੀ ਭਾਈ ਬੁੱਧੂ ਜੀ ਦੇ ਘਰ ਵੀ ਵਰਤਿਆ ਹੋਵੇਗਾ। ਭਾਈ ਲੱਖੂ ਜੀ ਲੇਟ ਆਏ, ਪ੍ਰਸ਼ਾਦਾ ਨਾ ਮਿਲਿਆ, ਬਲਕਿ ਅੱਗੋਂ ਇਹ ਆਖਿਆ ਵੀ ਤੇਰਾ ਕਸੂਰ ਹੈ, ਤੂੰ ਲੇਟ ਕਿਉਂ ਆਇਆ, ਦੇਰੀ ਨਾਲ ਕਿਉਂ ਆਇਆ। ਉਹਨੇ ਭੁੱਖੇ ਨੇ ਇਹ ਗੱਲ ਕਹਿ ਦਿੱਤੀ, ਬੁੱਧੂ ਤੇਰਾ ਆਵਾ ਕੱਚਾ। ਉਹ ਕ੍ਰੋਧ ਵਿੱਚ ਆ ਕੇ ਕਹਿੰਦੇ ਨੇ, ਜਦੋਂ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤਾ ਕਿ ਬੁੱਧੂ ਦਾ ਆਵਾ ਪੱਕਾ, ਤੇ ਤੂੰ ਕੌਣ ਹੋਵੇਂ ਮੇਰਾ ਆਵਾ ਕੱਚਾ ਕਰਨ ਵਾਲਾ। ਆਖਿਆ ਗੁਰੂ ਨੇ ਜੋ ਬਚਨ ਕਹੇ ਮੈਨੂੰ ਨਹੀਂ ਪਤਾ, ਪਰ ਸਿੱਖ ਦੇ ਬਚਨ ਨੇ ਬੁੱਧੂ ਤੇਰਾ ਆਵਾ ਕੱਚਾ। ਮਨ ਵਿੱਚ ਲਿਆਂਦੀ ਨਾ ਗੱਲ। ਜਦੋਂ ਆਵਾ ਖੋਲਿਆ, ਇੱਟਾਂ ਕੱਢੀਆਂ ਤੇ ਇੱਟਾਂ ਕੱਚੀਆਂ ਹੀ ਨਿਕਲ ਆਈਆਂ, ਇੱਟਾਂ ਪਿੱਲੀਆਂ ਹੀ ਨਿਕਲ ਆਈਆਂ। ਥੋੜੀਆਂ ਇੱਟਾਂ ਪੱਕੀਆਂ ਸਨ, ਬਾਕੀ ਸਾਰੀਆਂ ਪਿੱਲੀਆਂ। ਬੜਾ ਦੁਖੀ ਹੋਇਆ, ਚਿੰਤਾਤੁਰ ਹੋ ਗਿਆ, ਡਿਪਰੈਸ ਹੋ ਗਿਆ। ਹੁਣ ਕੀ ਕਰਾਂਗਾ, ਕਰਜ਼ੇ ਕਿੱਥੋਂ ਮੋੜਨੇ ਨੇ, ਮਜ਼ਦੂਰਾਂ ਦੀਆਂ ਤਨਖਾਹਾਂ ਕਿੱਥੋਂ ਦੇਣੀਆਂ ਨੇ, ਮਾਲ ਤਾਂ ਸਾਰਾ ਖਰਾਬ ਹੋ ਗਿਆ, ਵਿਕਣਾ ਨਹੀਂ, ਮੁੱਲ ਨਹੀਂ ਪੈਣਾ, ਮੈਂ ਬਰਬਾਦ ਹੋ ਗਿਆ। ਸੋਚਿਆ ਹੁਣ ਤਾਂ ਮੈਨੂੰ ਫਾਹ ਲੈਣ ਦੀ ਨੌਬਤ ਆ ਜਾਣੀ ਹੈ, ਮੇਰੀ ਤਾਂ ਜੀਵਨ ਲੀਲਾ ਹੀ ਖਤਮ ਹੋ ਜਾਣੀ ਹੈ। ਇਸ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ, ਆ ਕੇ ਰੋਇਆ ਆਪਣਾ ਦੁੱਖ। ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਵੀ ਕੋਈ ਸਿੱਖ ਨਾਰਾਜ਼ ਹੋ ਕੇ ਤੇ ਨਹੀਂ ਸੀ ਗਿਆ। ਸਾਰੀ ਵਾਰਤਾ ਦੱਸ ਦਿੱਤੀ। ਮਹਾਰਾਜ ਆਇਆ ਸੀ ਇੱਕ ਕਮਲਾ ਜਿਹਾ, ਉਹ ਆ ਕੇ ਕਹਿੰਦਾ ਸੀ ਬੁੱਧੂ ਤੇਰਾ ਆਵਾ ਕੱਚਾ। ਮੇਰੇ ਪਾਤਸ਼ਾਹ ਜੀ ਨੇ ਸਮਝਾਇਆ ਉਹ ਕਮਲਾ ਨਹੀਂ ਸੀ। ਆਖੋ ਸਤਨਾਮ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਉਹ ਕਮਲਾ ਨਹੀਂ ਸੀ, ਉਹਦੀ ਤਾਰ ਅੰਦਰੋਂ ਜੁੜੀ ਹੋਈ, ਉਹ ਨਿਰਮਲ ਹੈ, ਉਹਦੇ ਅੰਦਰ ਕੋਈ ਮੈਲ ਨਹੀਂ, ਕੋਈ ਹਉਮੈ ਨਹੀਂ, ਕੋਈ ਹੰਗਤਾ ਨਹੀਂ। ਉਹ ਤਾਂ ਗੁਰੂ ਦੇ ਨਾਲ ਇਕਮਿਕ ਹੋਇਆ ਸੀ, ਗੁਰੂ ਦਾ ਪਿਆਰਾ, ਪਰ ਆਪਾ ਭਾਵ ਜਣਾਉਂਦਾ ਨਹੀਂ। ਮਹਾਰਾਜ ਹੁਣ ਮੈਂ ਕੀ ਕਰਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਮਝਾਉਂਦੇ ਨੇ ਤੇ ਇਹਦੀ ਗਤ ਕਿਵੇਂ ਕਰਨਗੇ, ਇਹਦਾ ਕਾਰਜ ਸਿੱਖ ਦਾ ਰਾਸ ਕਿਵੇਂ ਕਰਨਗੇ। ਆਓ ਬੜੇ ਪ੍ਰੇਮ ਨਾਲ ਅਗਲਾ ਪ੍ਰਸੰਗ ਸੁਣੀਏ। ਸਾਰੀ ਗੁਰੂ ਕੀ ਸੰਗਤ ਲਵਾਓ ਹਾਜ਼ਰੀਆਂ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਇਹੋ ਮੇਰੀ ਸਿੱਖ ਮਾਨੈ ਜੇਈ। ਮੇਰੇ ਦਾਤਾ ਜੀ ਨੇ ਆਖਿਆ ਇਹੋ ਮੇਰੀ ਸਿੱਖ ਮਾਨੈ ਜੇਈ। ਜਿਹੜੇ ਮੇਰੀ ਸਿੱਖਿਆ ਮੰਨਦੇ ਨੇ। ਰੋਜ਼ ਬਚਨ ਪੜ੍ਹਦੇ ਆ ਨਾ ਹਜ਼ੂਰ, ਫਿਰ ਬੇਨਤੀ ਕਰਕੇ ਕਹਿੰਦੇ ਨੇ, ਵੇਖੋ ਸਤਿਗੁਰੂ ਪਿਆਰੇ ਕਦੇ ਸਾਨੂੰ ਝਿੜਕਦੇ ਨੇ, ਕਦੇ ਸਾਨੂੰ ਸਮਝਾਉਂਦੇ ਨੇ, ਕਦੇ ਸਾਨੂੰ ਸਤਿਗੁਰੂ ਜੀ ਡਾਂਟਦੇ ਨੇ, ਡਰਾਉਂਦੇ ਨੇ, ਤੇ ਫਿਰ ਕਦੇ ਕਦੇ ਕਹਿੰਦੇ ਨੇ ਮੈਂ ਤੈਨੂੰ ਬੇਨਤੀ ਵੀ ਕਰਦਾ। ਹੋਵੇ ਗੁਰੂ ਤੇ ਸਿੱਖ ਨੂੰ ਬੇਨਤੀ ਕਰੇ। ਰੋਜ਼ ਬੇਨਤੀ ਕਰਦੇ ਨੇ ਸਤਿਗੁਰੂ। ਕਰੋ ਬੇਨੰਤੀ ਸੁਣੋ ਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਇਹ ਸਿੱਖਿਆ ਮੇਰੇ ਦਾਤਾ ਜੀ ਦਿੰਦੇ ਨੇ ਕਿ ਮੇਰੀ ਇਹ ਸਿੱਖਿਆ ਜਿਨ੍ਹਾਂ ਨੇ ਪੱਲੇ ਬੰਨ੍ਹ ਲਈ ਹੈ, ਕਾਰਜ ਲੈ ਸੰਪੂਰਨ ਤੇ ਉਹਨਾਂ ਦੇ ਸਾਰੇ ਹੀ ਕਾਰਜ ਸੰਪੂਰਨ ਹੋ ਜਾਂਦੇ ਨੇ। ਉਹਨਾਂ ਦਾ ਕੋਈ ਵੀ ਕੰਮ ਅਧੂਰਾ ਨਹੀਂ ਰਹਿੰਦਾ। ਗੁਰ ਸਿੱਖਨ ਤੇ ਭੈ ਨਿਤ ਕਰਨੋ। ਗੁਰੂ ਕੇ ਸਿੱਖਾਂ ਦਾ ਭੈ ਕਰਨਾ ਚਾਹੀਦਾ ਹੈ। ਸਾਡੀ ਸਮੱਸਿਆ ਹੀ ਇਹ ਹੈ ਵੀ ਆਪਾਂ ਗੁਰੂ ਕੇ ਸਿੱਖਾਂ ਦਾ ਇੱਕ ਦੂਜੇ ਦਾ, ਗੁਰੂ ਕੇ ਸਿੱਖਾਂ ਦਾ ਮਤਲਬ ਕੀ ਹੈ, ਆਪਾਂ ਜਿੰਨੇ ਬੈਠੇ ਹਾਂ ਗੁਰੂ ਦੇ ਸਿੱਖ ਹੀ ਆ ਨਾ, ਤੇ ਆਪਾਂ ਇੱਕ ਦੂਜੇ ਦਾ ਭੈ ਨਹੀਂ ਕਰ ਰਹੇ। ਭਲਾ
ਇਹ ਕਮੀ ਹੈ। ਸੰਗਤ ਦਾ ਭੈ ਕਰਨਾ, ਗੁਰੂ ਕੇ ਸਿੱਖਾਂ ਦਾ ਭੈ ਕਰਨਾ, ਤੇ ਅਸੀਂ ਇੱਕ ਦੂਜੇ ਵੱਲ ਵੇਖ ਕੇ ਕਹਿੰਦੇ ਇਹ ਬੜਾ ਸਿੱਖ ਹੈ, ਮੈਂ ਸਿੱਖ। ਇਹ ਕੌਣ ਹੁੰਦਾ ਹੈ? ਮੈਂ ਜਾਣਦਾ ਇਹਨੂੰ ਚੰਗੀ ਤਰ੍ਹਾਂ, ਇਹਦੇ ਪਿਓ ਨੂੰ ਜਾਣਦਾ, ਇਹਦੀ ਮਾਂ ਨੂੰ ਜਾਣਦਾ, ਇਹਦੇ ਭਰਾਵਾਂ ਨੂੰ ਜਾਣ। ਕਿੱਧਰ ਤੁਰ ਪੈਂਦੇ ਆ ਆਪਾਂ? ਮੇਰੇ ਪਾਤਸ਼ਾਹ ਜੀ ਨੇ ਕਿਹਾ ਗੁਰੂ ਕਾ ਸਿੱਖ ਜਾਣ ਕੇ ਭੈ ਕਰੀ, ਇਸ ਲਈ ਨਾ ਭੈ ਕਰੀ ਵੀ ਇਹਦਾ ਭਰਾ ਡੀਐਸਪੀ ਲੱਗਾ ਹੋਇਆ, ਆਖੋ ਸਤਨਾਮ। ਉਹਦੇ ਤੋਂ ਭੈ ਕਰਦੇ ਆ। ਜਿਹੜਾ ਕਹਿੰਦਾ ਮੇਰੇ ਚਾਚੇ ਦਾ ਪੁੱਤ ਜੱਜ ਲੱਗਾ ਹੋਇਆ, ਉਹਦੇ ਤੋਂ ਭੈ ਕਰਦੇ ਆ ਵੀ ਇਹ ਤੋਂ ਬਚ ਕੇ ਇਹਦਾ ਰਿਸ਼ਤੇਦਾਰ ਅਫਸਰ ਲੱਗਾ। ਉਹਦੇ ਤੋਂ ਭੈ ਕਰੀਏ ਜਿਹੜਾ ਸਤਿਗੁਰਾਂ ਦੇ ਦਰ ਤੇ ਜੋੜੇ ਝਾੜਦਾ। ਉਹਦੇ ਤੋਂ ਭੈ ਕਰੀਏ ਜਿਹੜਾ ਗੁਰੂ ਕੇ ਲੰਗਰ ਦੇ ਵਿੱਚ ਆ ਕੇ ਭਾਂਡੇ ਮਾਂਜਦਾ। ਕਦੇ ਉਹਦੇ ਤੋਂ ਵੀ ਭੈ ਕਰੀਏ ਜਿਹੜਾ ਗੁਰੂ ਦੇ ਘਰ ਦੀਆਂ ਦਰੀਆਂ ਝਾੜਦਾ। ਉਹਨਾਂ ਦਾ ਭੈ ਕੀ ਕਰਨਾ ਹੋਇਆ ਜਿਨ੍ਹਾਂ ਦੀਆਂ ਕੁਰਸੀਆਂ ਪਲਟ ਜਾਂਦੀਆਂ ਨੇ ਸਮੇਂ ਦੇ ਨਾਲ? ਉਹਨਾਂ ਦਾ ਭੈ ਕੀ ਕਰਨਾ ਹੋਇਆ? ਸਵਾਸ ਅੰਦਰ ਤੇ ਬਾਹਰ, ਤੇ ਜੇ ਇਹ ਸਵਾਸ ਰੁਕ ਗਿਆ ਤੇ ਕਹਾਣੀ ਖਤਮ। ਉਹਦਾ ਕਾਹਦਾ ਭੈ ਹੈ? ਨਾ ਮਾਇਆ ਦਾ ਭੈ, ਨਾ ਅਹੁਦੇ ਦਾ ਭੈ, ਨਾ ਸਰੀਰ ਦੀ ਤਾਕਤ ਦਾ ਭੈ। ਜੇ ਭੈ ਕਰਨਾ ਤੇ ਪਰਮੇਸ਼ਰ ਦੇ ਨਾਮ ਦਾ ਕਰੀਏ, ਉਹਦੇ ਘਰ ਦੀ ਸੇਵਾ ਦਾ ਕਰੀਏ। ਪਰ ਇਹੋ ਹੀ ਸਾਡੇ 'ਚ ਕਮੀ ਹੈ। ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਮੁਹੱਲਿਆਂ ਦੇ ਵਿੱਚ ਵੇਖੀਦਾ ਹੈ ਜਿਹਦੀ ਕੋਈ ਨਹੀਂ ਸੁਣਦਾ, ਜਿਹਦੇ ਬੱਚੇ ਵੀ ਉਹਦਾ ਭੈ ਨਹੀਂ ਕਰਦੇ। ਉਹ ਕਹਿੰਦਾ ਚੰਗਾ ਫਿਰ ਮੈਂ ਜਾ ਕੇ ਗੁਰਦੁਆਰੇ ਦੇ ਭਾਈ ਨੂੰ ਡਰਾ ਕੇ ਆਉਣਾ। ਉਹਦੇ ਤੋਂ ਭੈ ਕਰਨਾ ਸੀ, ਉਹਦੇ ਤੋਂ ਡਰਨਾ ਸੀ। ਗੁਰੂ ਕਾ ਵਜ਼ੀਰ ਹੈ, ਕਿਤੇ ਇਹਦੇ ਮੁਖ ਤੋਂ ਕੋਈ ਬਚਨ ਨਾ ਨਿਕਲ ਜਾਵੇ। ਇਹ ਗੁਰੂ ਦਾ ਰਾਗੀ ਸਿੰਘ ਹੈ, ਇਹਨੂੰ ਨਾਰਾਜ਼ ਨਾ ਕਰ ਲਵਾਂ। ਇਹ ਗੁਰੂ ਦਾ ਸੇਵਾਦਾਰ ਹੈ, ਝਾੜੂ ਬਰਦਾਰ ਹੈ, ਇਹਨੂੰ ਕਿਤੇ ਮੈਂ ਨਾਰਾਜ਼ ਨਾ ਕਰ ਲਵਾਂ। ਤੇ ਮਾਇਆ ਧਾਰੀ ਅਤ ਅੰਨਾ ਬੋਲਾ ਕਹਿੰਦਾ ਹੈ ਵੀ ਦਾਬਾ ਹੀ ਇਹਨਾਂ ਤੇ ਵੱਜਦਾ ਹੈ, ਹੋਰ ਤਾਂ ਕੋਈ ਸੁਣਦਾ ਨਹੀਂ, ਆਪਣੇ ਨਿਆਣੇ ਵੀ ਨਹੀਂ ਸੁਣਦੇ। ਜੇ ਇਹਨਾਂ ਨੂੰ ਦਾਬਾ ਨਹੀਂ ਮਾਰਨਾ ਤੇ ਹੋਰ ਕੌਣ ਝੱਲੇਗਾ? ਝੱਲਦੇ ਹੀ ਉਹ ਨੇ ਜਿਹੜੇ ਗੁਰੂ ਦੇ ਘਰ ਸੇਵਾ ਕਰਨ ਵਾਲੇ। ਔਰ ਝੱਲਣਾ ਚਾਹੀਦਾ ਵੀ ਹੈ, ਨਿਮਰਤਾ ਚਾਹੀਦੀ। ਪਰ ਖਾਲਸਾ ਜੀ ਗੁਰੂ ਕਹਿੰਦਾ ਹੈ ਕਿ ਗੁਰੂ ਕਿਉ ਸਿੱਖੋ, ਸਿੱਖ ਤੋਂ ਭੈ ਰੱਖਿਆ ਕਰੋ, ਇੱਕ ਦੂਜੇ ਦਾ ਭੈ ਰੱਖਿਆ ਕਰੋ, ਅਦਬ ਕਰਿਆ ਕਰੋ, ਤੇ ਇੱਕ ਦੂਜੇ ਦੇ ਪ੍ਰਤੀ ਪਿਆਰੇ ਤੇ ਸੱਚੇ ਬਚਨ ਬੋਲਿਆ ਕਰੋ ਜੀ। ਕਬਹੁ ਅਨਾਦਰ ਨਹਿ ਮਨ ਧਰਿਓ। ਕਦੇ ਵੀ ਗੁਰੂ ਕੇ ਸਿੱਖ ਦਾ ਅਨਾਦਰ ਨਹੀਂ ਕਰਨਾ, ਅੱਧਾ ਨਾਮ ਨਹੀਂ ਲੈਣਾ। ਰਹਿਤਨਾਮਿਆਂ 'ਚ ਬਚਨ ਆਏ ਨੇ ਜਿਹੜਾ ਸਿੱਖ ਦਾ ਅੱਧਾ ਨਾਂ ਲਵੇ ਉਹ ਤਨਖਾਹੀਆ। ਜਦੋਂ ਸਿੱਖ ਦਾ ਨਾਮ ਲੈਣਾ ਤੇ ਪੂਰਾ ਨਾਂ ਲੈਣਾ ਚਾਹੀਦਾ। ਪਰ ਸਤਿਗੁਰੂ ਸਾਨੂੰ ਬਖਸ਼ ਲਿਓ, ਤੁਸੀਂ ਕਹਿੰਦੇ ਹੋ ਸਿੱਖ ਦਾ ਅੱਧਾ ਨਾਂ ਨਹੀਂ ਲੈਣਾ। ਅੱਜ ਕੱਲ੍ਹ ਏਡੇ ਸਿਆਣੇ ਜੰਮ ਪਏ ਨੇ, ਉਹ ਕਹਿੰਦੇ ਅਸੀਂ ਗੁਰੂ ਦਾ ਵੀ ਅੱਧਾ ਹੀ ਲੈਣਾ ਹੈ। ਉਹ ਗੁਰੂ ਦਾ ਵੀ ਪੂਰਾ ਨਾਂ ਲੈਣ ਨੂੰ ਤਿਆਰ ਨਹੀਂ। ਭਾਈ ਸਿੱਖ ਦਾ ਅੱਧਾ ਨਾਂ ਕਦੇ ਨਹੀਂ ਲੈਣਾ, ਪੂਰਾ ਨਾਂ ਲੈਣਾ ਚਾਹੀਦਾ ਹੈ। ਨਿਰਾਦਰ ਪੂਰਵਕ ਨਾਮ ਨਹੀਂ ਲੈਣਾ ਚਾਹੀਦਾ। ਭਾਵੇਂ ਆਪਣਾ ਵਿਰੋਧੀ ਹੋਵੇ, ਸ਼ਰੀਕ ਹੋਵੇ, ਲੜਿਆ ਹੋਵੇ, ਪਰ ਗੁਰੂ ਕੇ ਸਿੱਖ ਦਾ ਨਾਮ ਪੂਰਾ ਹੀ ਲੈਣਾ ਚਾਹੀਦਾ। ਸਿੱਖ ਬਚਨ ਕੋ ਜਾਣੈ ਮੀਠੇ। ਗੁਰੂ ਕੇ ਸਿੱਖਾਂ ਦੇ ਬਚਨ ਨੂੰ ਮਿੱਠਾ ਕਰਕੇ ਜਾਣਨਾ ਚਾਹੀਦਾ। ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਗੁਰਮੁਖ ਮਿੱਠਾ ਬੋਲਣਾ, ਜੋ ਬੋਲੇ ਸੋਈ ਜਪ ਜਾਪੈ। ਗੁਰਮੁਖਾਂ ਦਾ ਬੋਲ ਮਿੱਠਾ ਹੁੰਦਾ ਹੈ ਤੇ ਸੱਚਾ ਹੁੰਦਾ ਹੈ, ਤੇ ਉਹ ਬੋਲ ਹੀ ਵਾਹਿਗੁਰੂ ਦਾ ਸਿਮਰਨ ਹੁੰਦਾ ਹੈ। ਇਸ ਲਈ ਗੁਰੂ ਕੇ ਸਿੱਖਾਂ ਦਾ ਬੋਲ ਮਿੱਠਾ ਕਰਕੇ ਮੰਨਣਾ। ਸਨਮੁਖ ਮਿਲਹਿ ਲਹਿ ਚਿਤ ਈਠੇ। ਸਨਮੁਖ ਹੋ ਕੇ ਮਿਲਣਾ ਚਾਹੀਦਾ, ਸਨਮੁਖ ਹੋ ਕੇ। ਇਹ ਬਚਨ ਨੇ ਨਾ ਰਹਿਤਨਾਮਿਆਂ ਦੇ, ਜਿਹੜਾ ਸਾਹਮਣੇ ਆਉਂਦਿਆਂ ਪਹਿਲਾਂ ਫਤਿਹ ਬੁਲਾਵੇਗਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਫਰਮਾਇਆ ਉਹਦੇ ਵੱਲ ਸਾਡਾ ਮੁਖ ਹੋਵੇਗਾ। ਜਿਹੜਾ ਸਾਧ ਸੰਗਤ ਜੀ ਦੂਜੇ ਨੰਬਰ ਤੇ ਫਤਿਹ ਬੁਲਾਵੇਗਾ ਜਵਾਬ ਵਿੱਚ, ਮੇਰੇ ਹਜ਼ੂਰ ਕਹਿੰਦੇ ਨੇ ਉਹ ਸਾਡੇ ਸੱਜੇ ਪਾਸੇ ਹੋਵੇਗਾ। ਤੇ ਜਿਹੜਾ
ਗੁਰਮੁਖ ਪਿਆਰਿਓ ਢਿੱਲੀ ਜੀ ਫਤਿਹ ਬੁਲਾਉਂਦਾ ਨਾ ਮਗਰੋਂ ਹੌਲੀ ਜਈ। ਮਹਾਰਾਜ ਕਹਿੰਦੇ ਨੇ ਚਲੋ ਜਵਾਬ ਦਿੱਤਾ ਸਾਡੇ ਖੱਬੇ ਪਾਸੇ ਹੋਵੇਗਾ, ਤੇ ਜਿਹੜਾ ਅੱਗੋਂ ਫਤਿਹ ਦਾ ਜਵਾਬ ਹੀ ਨਾ ਦਵੇ, ਮੇਰੇ ਪਾਤਸ਼ਾਹ ਜੀ ਨੇ ਕਿਹਾ ਉਹਦੇ ਵੱਲ ਸਾਡੀ ਪਿੱਠ ਹੈ, ਉਹਦੇ ਵੱਲ ਨਹੀਂ ਅਸੀਂ ਵੇਂਦੇ, ਉਹਦੇ ਵੱਲ ਕਿਰਪਾ ਦ੍ਰਿਸ਼ਟੀ ਨਹੀਂ ਪੈਣੀ। ਫਤਿਹ ਬੁਲਾਉਣ ਲੱਗਿਆਂ ਇਹ ਨਹੀਂ ਵੇਖਣਾ ਇਹ ਮੇਰੇ ਤੋਂ ਵੱਡਾ ਹੈ ਕਿ ਛੋਟਾ ਹੈ, ਇਹ ਨਹੀਂ ਵੇਖਣਾ ਇਹ ਮੇਰੇ ਨਾਲੋਂ ਗਰੀਬ ਹੈ ਕਿ ਅਮੀਰ ਹੈ, ਇਹ ਨਹੀਂ ਵੇਖਣਾ ਇਹਦਾ ਅਹੁਦਾ ਮੇਰੇ ਨਾਲੋਂ ਉੱਚਾ ਹੈ ਕਿ ਨੀਵਾਂ ਹੈ। ਜਿਹੜਾ ਪਹਿਲਾਂ ਫਤਿਹ ਬੁਲਾਵੇਗਾ ਉਹਨੂੰ ਗੁਰੂ ਦੀਆਂ ਬਹੁਤੀਆਂ ਖੁਸ਼ੀਆਂ ਮਿਲਣਗੀਆਂ, ਜਿਹੜਾ ਮਗਰੋਂ ਬੁਲਾਵੇਗਾ ਉਹ ਵੀ ਗੁਰੂ ਦੀ ਖੁਸ਼ੀ ਦਾ ਪਾਤਰ ਹੈ। ਪਰ ਜੇ ਕੋਈ ਆਕੜ ਵਿੱਚ ਕਵੇ ਵੀ ਮੈਂ ਇਹਦਾ ਜਵਾਬ ਕਿਉਂ ਦਿਆਂ, ਤਾਂ ਫਤਿਹ ਗੁਰੂ ਦੀ ਹੈ। ਜਿਹੜਾ ਜਵਾਬ ਨਾ ਦੇਵੇਗਾ ਉਹਦੇ ਵੱਲ ਸਤਿਗੁਰੂ ਕਲਗੀਧਰ ਜੀ ਦੀ ਪਿੱਠ ਹੋਵੇਗੀ। ਇਸ ਲਈ ਭਾਈ ਫਤਿਹ ਦਾ ਜਵਾਬ ਦੇਣਾ, ਬਲਕਿ ਫਤਿਹ ਪਹਿਲਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਪਹਿਲਾਂ ਬੁਲਾਈ ਜਾਵੇ, ਅਗਲੇ ਦੇ ਬੁਲਾਉਣ ਤੋਂ ਪਹਿਲਾਂ ਬੁਲਾਈ ਜਾਵੇ। ਤੇ ਜੇ ਅਗਲਾ ਬੁਲਾਵੇ ਤਾਂ ਉਸੇ ਵੇਲੇ ਜਵਾਬ ਦੇਣਾ ਚਾਹੀਦਾ ਹੈ। ਇਸ ਲਈ ਮੇਰੇ ਹਜੂਰ ਨੇ ਆਖਿਆ ਸਾਹਮਣੇ ਹੋ ਕੇ ਗੁਰੂ ਕੇ ਸਿੱਖਾਂ ਦੇ ਨਾਲ ਬਚਨ ਵਿਲਾਸ ਕਰਨੇ ਚਾਹੀਏ। ਆਪਣਾ ਚਿੰਤ ਕਰ ਹਿਰਦੇ ਮਜਾਰ। ਹੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਵੀ ਕਿਰਪਾ ਕਰਕੇ ਇਹ ਸੁਮੱਤ ਦਿਓ, ਸਾਡੀਆਂ ਹਉਮੈ ਹੰਕਾਰ ਈਗੋ ਦੂਰ ਹੋਵੇ, ਤੇ ਸਾਨੂੰ ਵੀ ਸੱਚੇ ਪਾਤਸ਼ਾਹ ਜੀ ਫਤਿਹ ਬੁਲਾਉਣ ਦੇ ਵਿੱਚ ਪਹਿਲ ਕਰਨ ਦੇ ਵਿੱਚ ਖੁਸ਼ੀ ਹੋਇਆ ਕਰੇ। ਇਹ ਦਾਤ ਮੰਗੀਏ ਗੁਰੂ ਕੋਲੋਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਚਲੋ ਜੋ ਹੋ ਗਿਆ ਪਿੱਛੇ ਹੋ ਗਿਆ, ਹੁਣ ਚਿੰਤਾ ਨਾ ਕਰ ਭਾਈ ਪਿਆਰਿਆ। ਕਾਰਜ ਤੇਰੋ ਦੇਹ ਸਵਾਰ। ਤੇਰਾ ਕੰਮ ਫੇਰ ਵੀ ਸਵਾਰ ਦਿੰਨੇ ਆ। ਵੇਖੋ ਇਹਨੂੰ ਕਹਿੰਦੇ ਨੇ ਗਈ ਬਹੋੜ। ਗਈ ਬਹੋੜ ਦਾ ਮਤਲਬ ਕੀ ਹੈ? ਜੋ ਕੁਝ ਪਿੱਛੇ ਹੋ ਗਿਆ ਨਾ ਹੁਣ ਉਹ ਠੀਕ ਨਹੀਂ ਨਾ ਹੋ ਸਕਦਾ। ਆਪਾਂ ਕਹਿੰਦੇ ਜਿਹੜਾ ਗੁਜ਼ਰ ਗਿਆ ਸਮਾਂ ਉਹ ਵਾਪਸ ਨਹੀਂ ਆਉਣਾ। ਫਿਕਰ ਨਾ ਕਰੋ, ਜਿਹਦੇ ਚਰਨਾਂ 'ਚ ਬੈਠੇ ਜੇ ਇਹ ਪਿਛਲਾ ਗਿਆ ਗੁਜ਼ਰਿਆ ਸਮਾਂ ਵੀ ਪਲਟ ਕੇ ਰੱਖਣ ਦੀ ਤਾਕਤ ਰੱਖਦਾ ਮੇਰਾ ਗੁਰੂ। ਜਿਹੜਾ ਸਮਾਂ ਗੁਜ਼ਰ ਗਿਆ ਮੇਰੇ ਸਤਿਗੁਰੂ ਉਹਨੂੰ ਵੀ ਬਦਲ ਦਿੰਦੇ ਨੇ। ਖਾਲਸਾ ਜੀ ਜੋ ਕੁਝ ਪਿੱਛੇ ਗਵਾ ਚੁੱਕੇ ਆ ਮੇਰਾ ਸਤਿਗੁਰੂ ਉਹ ਵੀ ਮੋੜ ਕੇ ਲਿਆ ਕੇ ਸਾਹਮਣੇ ਧਰ ਦਿੰਦਾ ਵੀ ਆ ਲੈ ਚੁੱਕ ਸਾਂਭ। ਪਰ ਜੇ ਸਾਂਭਣ ਦੀ ਜਾਚ ਆ ਜਾਵੇ, ਮਹਾਰਾਜ ਨੇ ਆਖਿਆ ਫਿਕਰ ਨਾ ਕਰ ਭਾਈ ਬੁੱਧੂ ਜੀ, ਤੇਰਾ ਜਿਹੜਾ ਨੁਕਸਾਨ ਹੋਇਆ ਨਾ ਉਹ ਤੇਰਾ ਕਾਰਜ ਰਾਸ ਹੋ ਜਾਏਗਾ, ਤੇਰਾ ਕੋਈ ਨੁਕਸਾਨ ਨਹੀਂ ਹੁੰਦਾ। ਤੇ ਜੇ ਸਾਡੇ ਵਰਗਾ ਹੋਵੇ ਨਾ ਜਿਹਨੂੰ ਸਤਿਗੁਰਾਂ ਦੀ ਬਾਣੀ ਕਹਿੰਦੀ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਤੇ ਮੇਰੇ ਵਰਗਾ ਮੂਰਖ ਕਵੇ ਮਹਾਰਾਜ ਹੁਣ ਕੀ ਕਰ ਦਿਓਗੇ, ਹੁਣ ਤਾਂ ਉਹ ਇੱਟਾਂ ਕੱਚੀਆਂ ਨੇ ਉਹ ਪੱਕਣੋਂ ਤਾਂ ਰਹੀਆਂ ਹੁਣ ਨਹੀਂ ਪੱਕਣੀਆਂ, ਮਹਾਰਾਜ ਹੁਣ ਕੀ ਕਰ ਦਿਓਗੇ? ਭਰੋਸਾ ਹੀ ਕੋਈ ਨਹੀਂ। ਤੇ ਜਿਹਨੂੰ ਭਰੋਸਾ ਹੈ ਨਾ ਉਹ ਕਹਿੰਦਾ ਮੇਰਾ ਸਤਿਗੁਰੂ ਸਭ ਕੁਝ ਕਰਨ ਕਾਰਨ ਦੇ ਸਮਰੱਥ ਹੈ, ਮੇਰਾ ਸਤਿਗੁਰੂ ਸਭ ਕੁਝ ਕਰ ਸਕਦਾ ਹੈ। ਬੋਰ ਨ ਕਰੋ ਕਬੂ ਅਸ ਬਾਤ। ਮੁੜ ਕੇ ਐਸਾ ਕੰਮ ਨਾ ਭਾਈ ਬੁੱਧੂ ਜੀ ਕਰੀ, ਮੁੜ ਕੇ ਕਦੇ ਕਿਸੇ ਗੁਰੂ ਕੇ ਸਿੱਖ ਨੂੰ ਨਾਰਾਜ਼ ਨਾ ਕਰੀ। ਸਿੱਖ ਅਨਾਦਰ ਹੈ ਦੁਖ ਦਾਤ। ਗੁਰੂ ਕੇ ਸਿੱਖਾਂ ਨੂੰ ਅਨਾਦਰ ਦੇਣ ਦਾ ਮਤਲਬ ਹੈ ਦੁੱਖਾਂ ਨੂੰ ਆਵਾਜ਼ ਮਾਰਨੀ। ਤੇ ਸਾਡਾ ਹਾਲ ਪਤਾ ਕੀ ਹੈ ਖਾਲਸਾ ਜੀ, ਜੇ ਤਾਂ ਕੋਈ ਭੰਗਵੇਂ ਲੀੜਿਆਂ ਵਾਲਾ ਤੇ ਰਗੜ ਕੇ ਸਿਰ ਮੂੰਹ ਮੁੰਨਿਆ ਹੋਵੇ, ਰਾਤ ਨੂੰ ਉਹ ਨਸ਼ੇ ਨਾਲ ਡਕਿਆ ਤੇ ਸਵੇਰੇ ਆ ਕੇ ਘਰਾਂ ਦੇ ਵਿੱਚੋਂ ਮੰਗਣ ਲੱਗ ਪਿਆ, ਤੇ ਜੇ ਆਪਾਂ ਉਹਨੂੰ ਉਹਦੇ ਮੰਗੇ ਮੁਤਾਬਕ ਦਾਨ ਨਹੀਂ ਦਿੱਤਾ, ਉਹ ਅੱਗੋਂ ਕਹਿੰਦਾ ਹੈ ਚੰਗਾ ਫਿਰ ਇਹ ਤੁਹਾਡੇ ਨਿਕਲ ਜਾਣਗੇ, ਬਰਬਾਦ ਹੋ ਜਾਣਗੇ, ਸਰਾਪ ਦਵਾਂਗਾ ਤੁਹਾਨੂੰ। ਤੇ ਅਸੀਂ ਡਰ ਜਾਂਦੇ ਹਾਂ, ਕਹਿੰਦੇ ਬਾਬਾ ਸਰਾਪ ਨਾ ਦੇ ਦੇ। ਉਹ ਜਿਹੜਾ ਨਸ਼ੇੜੀ ਹੈ, ਜਿਹੜਾ ਪ੍ਰੋਫੈਸ਼ਨਲ ਮੰਗਤਾ ਹੈ, ਉਹਨੂੰ ਕਹਿੰਦੇ ਬਾਬਾ ਸਰਾਫ ਨਾ ਦੇ ਦੇ। ਤੇ ਜਿਹੜਾ ਰੋਜ਼ 3 ਵਜੇ ਸਪੀਕਰ ਦੇ ਵਿੱਚ ਆਵਾਜ਼ ਮਾਰਦਾ ਨਾ ਵੀ ਭਾਈ ਗੁਰੂ ਕਿਉਂ ਸਿੱਖੋ ਉੱਠੋ ਤੇ ਸਤਿਗੁਰਾਂ ਦੀ ਬਾਣੀ ਨਾਲ ਜੁੜੋ, ਗੁਰੂ ਦੇ ਦਰ ਤੇ ਆ ਕੇ ਨਮਸਕਾਰ ਕਰੋ,
ਉਹਨੂੰ ਕੁਝ ਕਹਿਣ ਲੱਗੇ ਨਹੀਂ ਡਰਦੇ, ਗੁਰੂ ਕੇ ਵਜ਼ੀਰ ਕੋਲੋਂ ਨਹੀਂ ਡਰਦੇ। ਉਹ ਸਾਨੂੰ ਪਤਾ ਹੈ ਵੀ ਇਹ ਬਾਬਾ ਕੁਛ ਨਹੀਂ ਕਹਿੰਦਾ, ਬਲਕਿ ਡਰਨਾ ਉੱਥੋਂ ਚਾਹੀਦਾ ਹੈ। ਇਹ ਅੰਮ੍ਰਿਤ ਵੇਲੇ ਜਾਗ ਕੇ ਗੁਰੂ ਕੀ ਬਾਣੀ ਪੜ੍ਹਨ ਵਾਲਾ ਹੈ। ਅੰਮ੍ਰਿਤ ਵੇਲੇ ਤੋਂ 5 ਬਾਣੀਆਂ ਦਾ ਪਾਠ ਕੀਤਾ, ਗੁਰੂ ਦਾ ਪ੍ਰਕਾਸ਼ ਕੀਤਾ, ਅਰਦਾਸ ਕੀਤੀ, ਸਤਿਗੁਰਾਂ ਨੂੰ ਦੇਗ ਦਾ ਭੋਗ ਲਵਾਉਣ ਵਾਲਾ ਇਹ ਗੁਰੂ ਕਾ ਹਜ਼ੂਰੀ ਸੇਵਕ ਹੈ। ਇਹਦੇ ਤੋਂ ਡਰਨਾ ਚਾਹੀਦਾ ਹੈ। ਅਸੀਂ ਡਰਦੇ ਹਾਂ ਪ੍ਰੋਫੈਸ਼ਨਲ ਮੰਗਤਿਆਂ ਤੋਂ, ਅਮਲੀਆਂ ਤੋਂ। ਜਿਹਦੇ ਤੋਂ ਡਰਨਾ ਸੀ ਉਹਨੂੰ ਮਖੌਲਾਂ ਕਰਦੇ ਆ। ਇਹ ਕਲਯੁਗੀ ਹੈ ਨਾ, ਫਿਰ ਉਲਟ ਰੀਤ ਹੈ ਨਾ। ਜਿੱਤੋਂ ਭੈ ਕਰਨਾ ਹੈ ਭਾਈ ਉਹਦਾ ਭੈ ਕਰਿਆ ਕਰੀਏ। ਤੇ ਆ ਜਿਹੜੇ ਮੰਗਤੇ ਆਉਂਦੇ ਨੇ ਦਿਨੇ ਰੇਕੀ ਕਰਦੇ ਨੇ, ਜਿਹੜੇ ਘਰ ਬਾਬਤ ਪਤਾ ਲੱਗ ਜਾਂਦਾ ਵੀ ਇਹ ਸੌਖਾ ਨਿਸ਼ਾਨਾ ਹੈ, ਰਾਤ ਨੂੰ ਉਹ ਹੀ ਚੋਰ ਬਣ ਕੇ ਆ ਜਾਂਦੇ ਨੇ। ਉਹਨਾਂ ਨੂੰ ਸੋਟਾ ਲੈ ਕੇ ਭਜਾਇਆ ਕਰੀਏ, ਉਹਨਾਂ ਨੂੰ ਭਜਾਇਆ ਕਰੀਏ। ਤੇ ਜਿਹਦਾ ਆਦਰ ਕਰਨਾ ਬਣਦਾ ਹੈ ਉਹਦਾ ਆਦਰ ਕਰਿਆ ਕਰੀਏ। ਇਸ ਕਰਕੇ ਮੇਰੇ ਹਜ਼ੂਰ ਦੀ ਇਹ ਸਿੱਖਿਆ, ਸਤਿਗੁਰੂ ਅਸੀਂ ਨਹੀਂ ਇੰਨੇ ਜੋਗੇ, ਤੁਸੀਂ ਸਾਡੇ ਪੱਲੇ ਪਾ ਦਿਓ ਕਿ ਮਹਾਰਾਜ ਤੇਰੇ ਦਰ ਦੇ ਸੇਵਕਾਂ, ਗੁਰਸਿੱਖਾਂ ਦੀ, ਨਿਤਨੇਮੀਆਂ ਦੀ, ਤੇਰੇ ਪਿਆਰਿਆਂ ਦੀ, ਸੇਵਕਾਂ ਦੀ ਇੱਜ਼ਤ ਕਰਨ ਲੱਗ ਪਈਏ। ਉਹਨਾਂ ਦਾ ਭੈ ਸਾਡੇ ਮਨ ਵਿੱਚ ਆ ਜਾਵੇ। ਕਾਚੀ ਈਟ ਪਚਾਵੈ ਜੋਏ। ਉਹ ਜਿਹੜੀਆਂ ਤੇਰੀਆਂ ਕੱਚੀਆਂ ਇੱਟਾਂ ਨੇ ਭਾਈ ਬੁੱਧੂ ਜੀ, ਜਿਹੜਾ ਤੇਰਾ ਆਵਾ ਕੱਚਾ ਰਹਿ ਗਿਆ, ਬਿਕੈ ਮੋਲ ਪਾਕੀ ਕੈ ਸੋਏ। ਉਹ ਇੱਟਾਂ ਤਾਂ ਨਹੀਂ ਤੇਰੀਆਂ ਪਕਾਉਣੀਆਂ, ਇੱਟਾਂ ਤਾਂ ਤੇਰੀਆਂ ਰਹਿਣਗੀਆਂ ਕੱਚੀਆਂ ਹੀ, ਪਰ ਪੱਕੀਆਂ ਦੇ ਮੁੱਲ ਵਿਕ ਜਾਣਗੀਆਂ। ਉਹਨਾਂ ਦਾ ਮੁੱਲ ਪੱਕੀਆਂ ਵਾਲਾ ਪਵੇਗਾ। ਘਾਟਾ ਤੈਨੂੰ ਨਹੀਂ ਪੈਂਦਾ ਇੱਕ ਪੈਸੇ ਦਾ ਵੀ। ਜਿੰਨੇ ਰੁਪਈਏ ਪੱਕੀਆਂ ਦੇ ਵਟਣੇ ਸਨ, ਓਨੇ ਰੁਪਈਏ ਕੱਚੀਆਂ ਇੱਟਾਂ ਦੇ ਵਟੇ ਜਾਣਗੇ। ਰਹਿਣ ਉਤਰੈ ਹਰ ਨਫਾ ਸੋ ਪਾਵੈ। ਕਰਜ਼ੇ ਵੀ ਲੈ ਜਾਣਗੇ, ਉਧਾਰ ਵੀ ਚੁਕਾਏ ਜਾਣਗੇ, ਤੇ ਨਫਾ ਵੀ ਪ੍ਰਾਪਤ ਹੋਵੇਗਾ ਬੜਾ ਜ਼ਿਆਦਾ। ਸਿੱਖਨ ਸੇਵੋ ਸੁਖੀ ਰਾਮ। ਹੁਣ ਅੱਜ ਤੋਂ ਬਾਅਦ ਗੁਰੂ ਕੇ ਸਿੱਖਾਂ ਦੀ ਸੇਵਾ ਕਰਿਆ ਕਰ, ਪ੍ਰੇਮ ਨਾਲ ਬੋਲਿਆ ਕਰ, ਆਦਰ ਕਰਿਆ ਕਰ। ਗੁਰੂ ਕੇ ਸਿੱਖਾਂ ਨੂੰ ਸੁੱਖ ਦੇਂਗਾ ਤੇ ਤੈਨੂੰ ਵੀ ਸੁੱਖ ਪ੍ਰਾਪਤ ਹੋਵੇਗਾ। ਇਥੇ ਨਹੀਂ ਕਿਹਾ ਵੀ ਉਹਨਾਂ ਨੂੰ ਮਹਿੰਗੇ ਕੱਪੜੇ ਲੈ ਕੇ ਦੇ, ਇਹ ਨਹੀਂ ਕਿਹਾ ਭਈ ਉਹਨਾਂ ਨੂੰ ਵਧੀਆ ਵਧੀਆ ਭੋਜਨ ਛਕਾ। ਖਾਲਸਾ ਜੀ, ਦੁਨੀਆ ਦੀ ਸਭ ਤੋਂ ਮਹਿੰਗੀ ਚੀਜ਼ ਵੀ ਖਰੀਦਣੀ ਹੋਵੇ ਤੇ ਉਹਦੇ ਲਈ ਪੈਸੇ, ਹੀਰੇ, ਮੋਤੀ ਨਹੀਂ ਚਾਹੀਦੇ। ਉਹਦੇ ਲਈ ਦੁਨੀਆ ਦੀ ਇੱਕ ਚੀਜ਼ ਹੈ ਜਿਹੜੀ ਮੁਫਤ ਵਿੱਚ ਹੈ ਸਾਡੇ ਕੋਲ, ਉਹਦਾ ਕੋਈ ਪੈਸਾ ਨਹੀਂ ਲੱਗਦਾ। ਉਹ ਚੀਜ਼ ਕੀ ਹੈ? ਮਿੱਠੇ ਬੋਲ ਬੋਲਣੇ। ਕੋਈ ਵੱਡੇ ਤੋਂ ਵੱਡਾ ਬੰਦਾ ਹੋਵੇ, ਉਹਨੂੰ ਆਪਾਂ ਖਰੀਦ ਨਹੀਂ ਸਕਦੇ। ਕਹਿੰਦੇ ਉਹਨੂੰ ਭਾਵੇਂ ਕੋਈ ਕਰੋੜਾਂ ਰੁਪਈਆਂ ਦੀ ਰਿਸ਼ਵਤ ਦੇ ਦੇ, ਵਿਕਦਾ ਨਹੀਂ। ਪਰ ਜੇ ਮਿੱਠੇ ਬੋਲ ਬੋਲੀਏ ਤੇ ਉਹ ਵੀ ਮੁੱਲ ਵਿਕ ਜਾਂਦਾ। ਜੇ ਆਖੋ ਸਤਨਾਮ, ਮਿੱਠੇ ਬੋਲਾਂ ਦੀ ਬੜੀ ਕੀਮਤ ਹੈ। ਇਹ ਨਹੀਂ ਕਿਹਾ ਵੀ ਮਹਿੰਗੇ ਕੱਪੜੇ ਲੈ ਕੇ ਦੇ, ਨਾ। ਆਖਿਆ ਉਹਨਾਂ ਦਾ ਆਦਰ ਕਰਿਆ ਕਰ, ਸਨਮਾਨ ਕਰਿਆ ਕਰ, ਉਹਨਾਂ ਦੀ ਇੱਜ਼ਤ ਕਰਿਆ ਕਰ, ਉਹਨਾਂ ਦੇ ਨਾਲ ਪ੍ਰੇਮ ਦੇ ਨਾਲ ਪੇਸ਼ ਆਇਆ ਕਰ। ਸੰਤਨ ਸੁਖ ਪਾਏ ਤੇ ਸੁਖੀ। ਵਾਹਿਗੁਰੂ ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧੁਨ ਕੇ ਸੁਖੀ। ਜੇ ਸੰਤ ਜਨਾਂ ਨੂੰ ਤੂੰ ਦੁੱਖ ਦੇਂਗਾ ਤੇ ਪਰਮੇਸ਼ਰ ਉਹ ਦੁੱਖ ਨੂੰ ਅਨੁਭਵ ਕਰਦਾ, ਤੇ ਜੇ ਗੁਰੂ ਕੇ ਪਿਆਰਿਆਂ ਨੂੰ ਤੂੰ ਸੁੱਖ ਦੇਂਗਾ ਤੇ ਉਹ ਆਪ ਸੁੱਖ ਅਨੁਭਵ ਕਰਦਾ। ਸਮਾਜ ਵਿੱਚ ਜੋ ਕੁਝ ਵੰਡਦੇ ਆ ਉਹ ਕੁਝ ਮਿਲਦਾ ਹੈ, ਪਰ ਖਾਸ ਕਰਕੇ ਜਿਹੜੇ ਸਿੱਧੇ ਸੁਭਾਅ ਵਾਲੇ ਨੇ, ਜਿਹੜੇ ਸਾਫ਼ ਦਿਲ ਵਾਲੇ ਨੇ, ਜਿਹੜੇ ਗੁਰੂ ਕੇ ਪਿਆਰ ਵਿੱਚ ਰਤੇ ਨੇ, ਉਹਨਾਂ ਦੇ ਪ੍ਰਤੀ ਤਾਂ ਭੁੱਲ ਕੇ ਵੀ ਕਦੇ ਬੁਰਾ ਨਹੀਂ ਕਰਨਾ ਚਾਹੀਦਾ। ਭਜ ਕਹਾਏ ਬੰਧਨ ਕਰ ਗਏ। ਇਸ ਤਰ੍ਹਾਂ ਨਮਸਕਾਰ ਕੀਤੇ, 7 ਬਚਨ ਆਖਿਆ ਤੇ ਵਾਪਸ ਮੁੜਨ ਲਈ ਤਿਆਰ ਹੋਇਆ। ਈਟੈ ਜਾਏ ਨਿਕਾਸਤ ਪਏ। ਜਾ ਕੇ ਇਹਨੇ ਆਵਾ ਖੋਲਿਆ ਤੇ ਸਾਰੀਆਂ ਇੱਟਾਂ ਕੱਢ ਲਈਆਂ ਹਨ। ਸਭ ਪਿਲਰੀ ਫੇਰਤ ਪਛਤਾਵਤ। ਨਾਲੇ ਤਾਂ ਪਿੱਲੀਆਂ ਇੱਟਾਂ ਵੇਖੇ ਤੇ ਨਾਲੇ ਪਛਤਾਵੇ ਤੇ ਕਵੇ ਮੇਰਿਆ ਮੂਰਖ ਮਨਾ,
ਤੂੰ ਕਿਉਂ ਇਹ ਮੂਰਖਤਾ ਕੀਤੀ, ਕਿਉਂ ਹੰਕਾਰ ਲੈ ਆਂਦਾ, ਕਿਉਂ ਹਉਮੈ ਵਿੱਚ ਗਰਸਿਆ ਗਿਆ। ਵੇਖ ਤੇਰੀ ਹਉਮੈ ਨੇ ਕੀ ਕਰ ਦਿੱਤਾ ਈ, ਵੇਖ ਮੂਰਖ ਮਨਾ ਤੇਰੇ ਹੰਕਾਰ ਨੇ ਤੈਨੂੰ ਬਰਬਾਦ ਕਰਕੇ ਰੱਖ ਦਿੱਤਾ। ਇਹ ਤੇ ਸਤਿਗੁਰੂ ਦਾ ਤਰਸ ਹੈ ਨਾ ਕਿ ਗੁਰੂ ਨੇ ਫੇਰ ਵੀ ਮੈਨੂੰ ਬਖਸ਼ ਲਿਆ, ਨਹੀਂ ਤੇ ਮੈਂ ਤੇ ਆਪਣੇ ਪੈਰ ਵੱਢਣ ਵਿੱਚ ਕੋਈ ਕਸਰ ਨਹੀਂ ਨਾ ਛੱਡੀ। ਖਾਲਸਾ ਜੀ, ਥੋੜੀ ਜਿਹੀ ਹਉਮੈ ਸਾਡੀ ਜੀਵਨ ਭਰ ਦੀ ਘਾਲਣਾ ਨੂੰ ਅੱਗ ਲਾਉਣ ਲਈ ਕਾਫੀ ਹੁੰਦੀ ਹੈ। ਥੋੜਾ ਜਿਹਾ ਹੰਕਾਰ ਗੁਰਮੁਖੋ ਰਿਸ਼ਤੇ ਤੜਵਾ ਦਿੰਦਾ, ਥੋੜਾ ਜਿਹਾ ਹੰਕਾਰ ਬਣਿਆ ਬਣਾਇਆ ਘਰ ਉਜਾੜ ਦਿੰਦਾ। ਇਸ ਲਈ ਪਛਤਾਉਂਦਾ ਹੈ, ਐ ਹਉਮੈ ਤੂੰ ਮੈਨੂੰ ਬਰਬਾਦ ਕਰ ਦਿੱਤਾ। ਗੁਰ ਬਚ ਸਿਮਰਤ ਧੀਰਜ ਪਾਵਤ। ਫਿਰ ਸਤਿਗੁਰਾਂ ਦੇ ਬਚਨ ਚੇਤੇ ਕਰਦਾ ਵੀ ਵਿਕਣਗੀਆਂ ਤੇਰੀਆਂ ਪੱਕੀਆਂ ਦੇ ਭਾ, ਤੇ ਮਨ ਨੂੰ ਧੀਰਜ ਦੇ ਲੈਂਦਾ। ਲਗੀ ਝਰੀ ਬਰਖਾ ਬਹੁ ਹੋਈ। ਬਸ ਫਿਰ ਥੋੜੇ ਦਿਨ ਲੰਘੇ ਤੇ ਝੜੀ ਲੱਗ ਗਈ ਤੇ ਬਹੁਤ ਭਾਰੀ ਵਰਖਾ ਹੋਣ ਲੱਗ ਪਈ, ਲਗਾਤਾਰ ਮੀਂਹ ਵਰਨ ਲੱਗ ਪਿਆ। ਅਪਰ ਪਚਾਵਾ ਭਇਓ ਨ ਕੋਈ। ਖਾਲਸਾ ਜੀ, ਬਹੁਤ ਸਾਰੇ ਬਾਕੀ ਜਿਹੜੇ ਆਵੇ ਸਨ, ਉਹ ਜਦੋਂ ਮੀਂਹ ਪੈਂਦਾ ਹੈ ਤਾਂ ਇੱਟਾਂ ਦਾ ਕਾਰੋਬਾਰ ਆਪਾਂ ਜਾਣਦੇ ਹਾਂ ਚੰਗੀ ਤਰ੍ਹਾਂ ਵੀ ਇਹਦੇ ਤੇ ਬੜਾ ਅਸਰ ਪੈਂਦਾ ਹੈ। ਇੱਕ ਕਾਰੋਬਾਰ ਲਗਭਗ ਖਤਮ ਹੋ ਜਾਂਦਾ, ਬੰਦ ਹੋ ਜਾਂਦਾ। ਤੇ ਜਦੋਂ ਉਹ ਮੌਸਮ ਇਦਾਂ ਦਾ ਸੀ ਵੀ ਕਿਧਰੇ ਕੋਈ ਵੀ ਇੱਟ ਕਿਸੇ ਪਾਸਿਓਂ ਥਿਆਉਂਦੀ ਨਹੀਂ ਸੀ, ਆਵੇ ਬਾਕੀ ਦੇ ਸਾਰੇ ਬੰਦ ਹੋ ਗਏ ਸਨ। ਨੀਵ ਦੁਰਗ ਕੀ ਭਰਨੀ ਤਬੈ। ਬਾਦਸ਼ਾਹ ਵੱਲੋਂ ਹੁਕਮ ਆਇਆ ਸੀ ਕਿ ਲਾਹੌਰ ਦੇ ਕਿਲੇ ਦੇ ਇੱਕ ਕੰਧ ਜਿਹੜੀ ਸੀ ਕੱਢਣੀ ਸੀ, ਇੱਕ ਨੀਂਹ ਭਰਨੀ ਸੀ, ਕਿਲੇ ਦੇ ਪਾਸ ਵੱਡੀ ਦੀਵਾਰ ਕੱਢਣੀ ਸੀ। ਤੇ ਉਹਦੇ ਵਿੱਚ ਤਾਖੀਰ ਹੋ ਗਈ, ਭਾਵ ਕਿ ਕੰਮ ਲੇਟ ਹੋ ਗਿਆ ਸੀ। ਤੇ ਬਾਦਸ਼ਾਹ ਨੇ ਆਪ ਆਉਣਾ ਸੀ ਚੱਲ ਕੇ। ਤੇ ਜਦੋਂ ਬਾਦਸ਼ਾਹ ਆਵੇਗਾ, ਉਹਦੇ ਆਉਣ ਤੋਂ ਪਹਿਲਾਂ ਤੱਕ ਉਹ ਕੰਧ ਪੂਰੀ ਦੀ ਪੂਰੀ ਬਣੀ ਹੋਣੀ ਚਾਹੀਦੀ ਹੈ, ਨਹੀਂ ਤੇ ਸਜ਼ਾ ਮਿਲੇਗੀ। ਤੇ ਹੁਣ ਉਹਨਾਂ ਮੁਲਾਜ਼ਮਾਂ ਨੂੰ ਭਾਜਣਾ ਪੈ ਗਈਆਂ ਭਈ ਹੁਣ ਕਿੱਥੋਂ ਇੱਟਾਂ ਲਿਆਉਣੀਆਂ ਨੇ, ਕਿੱਥੋਂ ਕਾਰੀਗਰ ਲਿਆਉਣੇ ਨੇ, ਤੇ ਛੇਤੀ ਤੋਂ ਛੇਤੀ ਇਹ ਕੰਧ ਕਿਵੇਂ ਕੱਢਣੀ ਹੈ। ਨਰ ਪਾਤਸ਼ਾਹੀ ਖੋਜਤ ਸਭ। ਪਾਤਸ਼ਾਹੀ ਲੋਕ ਇੱਟਾਂ ਲੱਭਣ ਵਾਸਤੇ ਇੱਧਰ ਉੱਧਰ ਦੌੜਨ ਲੱਗ ਪਏ। ਨਹੀਂ ਈਟਕਾਂ ਪ੍ਰਾਪਤ ਤਿਨ ਕੋ। ਇਹਨਾਂ ਨੂੰ ਕਿਤੇੋਂ ਵੀ ਇੱਟਾਂ ਏਡੀ ਵੱਡੀ ਮਾਤਰਾ ਵਿੱਚ ਪ੍ਰਾਪਤ ਨਾ ਹੋਈਆਂ। ਕਾਰਜ ਬਨਿਓ ਜ਼ਰੂਰੀ ਜਿਨ ਕੋ। ਕਾਰਜ ਬੜਾ ਜ਼ਰੂਰੀ ਕਰਨ ਵਾਲਾ ਸੀ, ਇਹ ਕੰਮ ਕੀਤੇ ਬਗੈਰ ਸਰਨਾ ਨਹੀਂ ਸੀ। ਸੁਨ ਕੋਏ ਸੁਧ ਕੋ ਸੁਨ ਬੁੱਧੂ ਬਲਵਾਏ। ਜਦੋਂ ਇਹ ਪਤਾ ਲੱਗਾ ਸਾਰੇ ਕੁਝ ਦਾ, ਤਾਂ ਭਾਈ ਬੁੱਧੂ ਜੀ ਨੂੰ, ਜਿਹੜਾ ਕਿਲੇ ਦਾ ਇਤੋਂ ਦਾ ਕਿਲੇਦਾਰ ਹੈ, ਉਹਨੇ ਕੋਲ ਬੁਲਵਾਇਆ ਹੈ। ਮੇਲ ਈਟਕਾਂ ਕੇਰ ਬਨਾਇਵ। ਬਹੁਤ ਇੱਟਾਂ ਤੇਰੇ ਕੋਲ ਨੇ, ਕਿਉਂਕਿ ਇੱਟਾਂ ਸਭ ਤੋਂ ਵਧੇਰੇ ਗਿਣਤੀ ਵਿੱਚ ਭਾਈ ਬੁੱਧੂ ਜੀ ਦੇ ਕੋਲ ਹੀ ਸਨ। ਜਿਮ ਪਾਕੀ ਤਿਮ ਕਾਚੀ ਦੇਵੋ। ਉਹ ਕਹਿੰਦੇ ਸਾਨੂੰ ਇੱਟਾਂ ਦੇ ਦੇ। ਭਾਈ ਬੁੱਧੂ ਜੀ ਕਹਿਣ ਲੱਗੇ ਇੱਟਾਂ ਮੇਰੀਆਂ ਵਿਕਣ ਵਾਲੀ ਹਾਲਤ ਵਿੱਚ ਨਹੀਂ। ਉਹ ਕਹਿੰਦੇ ਕਿਉਂ, ਕਿਸੇ ਨੇ ਖਰੀਦ ਲਈਆਂ ਨੇ? ਨਹੀਂ, ਖਰੀਦੀਆਂ ਤਾਂ ਨਹੀਂ, ਪਰ ਤੁਹਾਨੂੰ ਪਤਾ ਹੈ ਵੀ ਇੱਟਾਂ ਮੇਰੀਆਂ ਪੱਕੀਆਂ ਘੱਟ ਨੇ ਤੇ ਪਿੱਲੀਆਂ ਵੱਧ ਨੇ, ਕੱਚੀਆਂ ਵੱਧ ਨੇ। ਉਹਨਾਂ ਨੇ ਆਖਿਆ ਪੱਕੀਆਂ ਪੱਕੀਆਂ ਦੇ। ਕਹਿਣ ਲੱਗਾ ਜੀ ਵੇਚਾਂਗਾ ਤਾਂ ਇਕੱਠੀਆਂ ਹੀ ਵੇਚਾਂਗਾ, ਨਹੀਂ ਤੇ ਇੱਦਾਂ ਨਹੀਂ, ਪੱਕੀਆਂ ਪੱਕੀਆਂ ਦੇਵਾਂਗਾ ਤੇ ਕੱਚੀਆਂ ਨਹੀਂ, ਇੱਦਾਂ। ਤਾਂ ਉਹ ਆਖਣ ਲੱਗੇ ਠੀਕ ਹੈ, ਇਉਂ ਕਰ, ਜੋ ਕੁਝ ਤੇਰੇ ਕੋਲ ਕੱਚਾ ਪੱਕਾ ਹੈ ਹੀ ਸਾਰਾ ਹੀ ਦੇ ਦੇ। ਜਿਹੜੀਆਂ ਪਿੱਲੀਆਂ ਨੇ ਇਹਨਾਂ ਨੂੰ ਨੀਂਹ 'ਚ ਭਰ ਦਿਆਂਗੇ, ਥੱਲਿਓਂ ਕਿਹੜਾ ਦਿਸਣ ਲੱਗੀਆਂ ਨੇ, ਜਿਹੜੀਆਂ ਪੱਕੀਆਂ ਨੇ ਉਹ ਉੱਤੇ ਉੱਤੇ ਲਾ ਦਿਆਂਗੇ। ਤਾਂ ਨੀਂਹ ਬੜੀ ਡੂੰਘੀ ਉਹਨਾਂ ਜ਼ਮਾਨਿਆਂ 'ਚ ਭਰੀ ਜਾਂਦੀ। ਕਿਲੇ ਦੀ ਕੰਧ ਹੈ ਤੇ 15-15 ਫੁੱਟ 20-20 ਫੁੱਟ ਵੀ ਥੱਲੇ ਨੀਹਾਂ ਭਰੀਆਂ ਹੋਈਆਂ ਨੇ। ਕਿਲਿਆਂ ਦੀਆਂ ਵੱਡੀਆਂ ਵੱਡੀਆਂ ਕੰਧਾਂ, ਚੌੜੀਆਂ ਚੌੜੀਆਂ ਕੰਧਾਂ, ਏਡੀਆਂ ਏਡੀਆਂ ਕੰਧਾਂ ਕਿ ਦੋ ਘੋੜੇ ਬਰਾਬਰ ਬਰਾਬਰ ਦੌੜ ਦੌੜ ਕੇ ਲੰਘ ਜਾਂਦੇ ਲਾਹੌਰ ਦੀਆਂ ਕੰਧਾਂ ਦੇ ਉੱਤੋਂ ਦੀ ਕਿਲੇ ਦੀਆਂ।
ਤੋ ਇੰਨੀ ਇੱਟ ਚਾਹੀਦੀ ਸੀ। ਕਹਿ ਲਗੇ ਸਾਰੀਆਂ ਹੀ ਸਾਨੂੰ ਦੇ ਦੇ, ਸਾਰੀਆਂ ਦਾ ਅਸੀਂ ਇੱਕੋ ਹੀ ਭਾਅ ਤੈਨੂੰ ਦੇਵਾਂਗੇ। ਬਾਦ ਘਾਟ ਆਪਰਨਾ ਕੁਛ ਲੈਵੋ, ਕੋਈ ਵੱਧ ਘੱਟ ਕੋਈ ਗੱਲ ਨਾ ਕਰ, ਜੋ ਮੁੱਲ ਪੱਕੀਆਂ ਦਾ ਤੈਨੂੰ ਦੇਾਂਗੇ ਤੇ ਸਾਰੀਆਂ ਇੱਟਾਂ ਸਾਨੂੰ ਦੇ ਦੇਣਾ ਕਰ। ਦੁਰਗ ਨੀਮ ਬੇਗਾਰਾ ਨਾ ਕੈਸੇ, ਕੋਈ ਸੱਜਣ ਇਹ ਤੇ ਕਹਿਣ ਲੱਗਾ ਭਈ ਉਹ ਬਿਨਾਂ ਪੈਸੇ ਦਿੱਤੇ ਨਹੀਂ ਸੀ ਲੈ ਸਕਦੇ ਇੱਟਾਂ, ਭਲਾ ਲੈ ਸਕਦੇ ਸੀ, ਖੋਹ ਕੇ ਲੈ ਸਕਦੇ ਸੀ, ਪਰ ਉਹਦੇ 'ਚ ਸਮੱਸਿਆ ਇਹ ਪੈਦਾ ਹੁੰਦੀ ਸੀ ਕਿ ਫੇਰ ਰੌਲਾ ਪੈ ਜਾਣਾ ਸੀ ਤੇ ਗੱਲ ਬਾਦਸ਼ਾਹ ਦੇ ਕੰਨਾਂ ਤੱਕ ਚਲੀ ਜਾਣੀ ਸੀ ਤੇ ਉਹਨਾਂ ਦੀ ਨਲਾਇਕੀ ਨੰਗੀ ਹੋ ਜਾਣੀ ਸੀ ਤੇ ਉਹਨਾਂ ਨੂੰ ਮਿਲਣੀ ਸੀ ਸਜ਼ਾ। ਤੇ ਜਦੋਂ ਸਰਕਾਰੀ ਅਫਸਰਾਂ ਨੇ ਆਪਣੀ ਨਲਾਇਕੀ ਲੁਕਾਉਣੀ ਹੋਵੇ ਨਾ, ਉਹ ਫਿਰ ਜਿਹਦੇ ਦਬਕਾ ਮਾਰ ਕੇ ਕੰਮ ਸਰਦਾ, ਉਹ ਤੇ ਦਬਕਾ ਨਹੀਂ ਮਾਰਦੇ, ਉਹ ਤੇ ਫਿਰ ਤਰਲੇ ਲੈਣ ਤੇ ਆ ਜਾਂਦੇ ਨੇ ਵੀ ਹੁਣ ਸਾਡੀ ਨਲਾਇਕੀ ਨਾ ਕਿਤੇ ਨੰਗੀ ਹੋ ਜਾਏ। ਇਸ ਲਈ ਸਤਿਗੁਰਾਂ ਨੇ ਬੇਦੀ ਐਸੀ ਬਣਾ ਦਿੱਤੇ, ਜਿਹੜੇ ਇੱਕ ਦਮੜਾ ਨਹੀਂ ਸੀ ਕਿਸੇ ਨੂੰ ਦਿੰਦੇ ਤੇ ਖੋਹ ਕੇ ਚੀਜ਼ਾਂ ਲੈਂਦੇ ਸਨ, ਉਹਨਾਂ ਹੀ ਹਾਕਮਾਂ ਨੂੰ ਤਰਲੇ ਕੱਢਣੇ ਪਏ ਤੇ ਪੂਰਾ ਮੁੱਲ ਦੇ ਕੇ ਇੱਟਾਂ ਖਰੀਦਣੀਆਂ ਪੈ ਗਈਆਂ। ਦਿਓ ਦਰਬ ਬੁੱਧੂ ਕਰ ਜੈਸੇ, ਉਹਨਾਂ ਨੇ ਭਾਈ ਬੁੱਧੂ ਨੂੰ ਛੇਤੀ ਛੇਤੀ ਪੈਸੇ ਦੇ ਕੇ ਤੇ ਇੱਟਾਂ ਆਪਣੇ ਕਾਬੂ ਕਰ ਲਈਆਂ। ਮੂਲ ਨਫਾ ਸਭ ਪਰਿਓ ਸੋ ਪਾਲੇ, ਭਾਈ ਬੁੱਧੂ ਜੀ ਦੇ ਪੱਲੇ ਮੂਲ ਨਫਾ ਸਭ ਕੁਝ ਹੀ ਪੈ ਗਿਆ, ਇਹਦੇ ਖਜ਼ਾਨੇ ਭਰ ਗਏ ਜਾਣੋ। ਸੁਰ ਮੈਂ ਗੁਰ ਮੈਂ ਮਾ ਕੋ ਲਖਿਓ ਬਿਸਾਲੇ, ਲੱਗਾ ਫਿਰ ਸਤਿਗੁਰਾਂ ਦਾ ਸ਼ੁਕਰਾਨਾ ਕਰਨ, ਲੱਗਾ ਸਤਿਗੁਰੂ ਜੀ ਦਾ ਨਾਮ ਜਪਣ, ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਲੱਗਾ ਸਤਿਗੁਰਾਂ ਦਾ ਚਰਨ ਧਿਆਉਣ। ਸਤਿਗੁਰੂ ਆਪ ਕਿਰਪਾਲੂਓ, ਆਪ ਜੀ ਸਤਿਗੁਰੂ ਜੀ ਮੁਸ਼ਕਲ ਤੋਂ ਮੁਸ਼ਕਲ ਵਿੱਚੋਂ ਵੀ ਕੱਢਣ ਵਾਲੇ ਹੋ। ਜਾ ਕੋ ਮੁਸ਼ਕਲ ਅਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ। ਮੁਸ਼ਕਲ ਕਿਹਨੂੰ ਕਹੀਦਾ ਖਾਲਸਾ ਜੀ? ਜਦੋਂ ਸਾਡੇ ਸਿਰ ਤੇ ਕੋਈ ਮੁਸ਼ਕਲ ਮੁਸੀਬਤ ਆ ਜਾਵੇ, ਪਰ ਸਾਡਾ ਪਰਿਵਾਰ, ਸਾਡੇ ਭੈਣ ਭਰਾ, ਸਾਡੇ ਦੋਸਤ ਮਿੱਤਰ ਸਾਡੇ ਨਾਲ ਖਲੋ ਜਾਣ, ਤਾਂ ਉਹ ਮੁਸ਼ਕਲ ਨੂੰ ਮੁਸ਼ਕਲ ਨਹੀਂ ਕਹੀਦਾ। ਉਹ ਕਾਦੀ ਮੁਸ਼ਕਲ ਹੈ? ਭਰਾ ਨਾਲ ਖਲੋਤੇ ਨੇ, ਭੈਣਾਂ ਨਾਲ ਖਲੋਤੀਆਂ ਨੇ, ਪਰਿਵਾਰ ਖਲੋਤਾ ਹੈ, ਦੋਸਤ ਮਿੱਤਰ ਖਲੋਤੇ ਨੇ, ਇਹ ਕਾਦੀ ਮੁਸ਼ਕਲ ਹੈ? ਮੁਸ਼ਕਲ ਮੁਸ਼ਕਲ ਲੱਗਦੀ ਨਹੀਂ। ਮੁਸ਼ਕਲ ਤਾਂ ਉਦੋਂ ਪੈਂਦੀ ਹੈ ਜਿਹਦਾ ਦਰਵਾਜ਼ਾ ਖੜਕਾਈਏ ਉਹ ਹੀ ਹੱਥ ਜੋੜ ਕੇ ਕਵੇ ਭਰਾਵਾ ਤੂੰ ਤੇ ਮਰਨਾ ਨਾਲ, ਮੈਨੂੰ ਨਾ ਮਰਵਾ ਦਈ। ਇਹਨੂੰ ਕਹਿੰਦੇ ਨੇ ਮੁਸ਼ਕਲ। ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਉਹ ਪਿੱਛੇ ਲੱਗੇ ਨੇ, ਤੇ ਜਿਨ੍ਹਾਂ ਦੀ ਆਸ ਹੈ ਕਿ ਬਾਂਹ ਫੜਨਗੇ, ਸਾਕ ਭੇ ਭੱਜ ਖਲੇ। ਸਭੋ ਭੱਜੈ ਆਸਰਾ। ਪੈਸੇ ਬੜੇ ਸਨ ਬੈਂਕ ਵਿੱਚ, ਬੜੇ ਪੈਸੇ ਸਨ ਬੈਂਕ ਵਿੱਚ, ਪਰ ਜਦੋਂ ਮੁਸ਼ਕਲ ਪਈ ਸਰਕਾਰ ਨੇ ਖਾਤਾ ਫਰੀਜ਼ ਕਰ ਦਿੱਤਾ, ਨਾ ਕਢਾ ਸਕਦਾ ਨਾ ਜਮ੍ਹਾਂ ਕਰਾ ਸਕਦਾ। ਬੰਦਾ ਕਹਿੰਦਾ ਵਕੀਲ ਵੱਡੇ ਵੱਡੇ ਖੜੇ ਕਰ ਲਵਾਂ, ਪਰ ਕੀ ਕਰਾਂ, ਫੀਸਾਂ ਦੇਣ ਜੋਗਾ ਪੈਸਾ ਨਹੀਂ। ਕਹਿੰਦੇ ਤੇਰੇ ਖਾਤੇ 'ਚ ਤੇ ਕਰੋੜਾਂ ਪਏ ਨੇ। ਕਹਿੰਦਾ ਖਾਤੇ 'ਚ ਪਏ ਕੀ? ਕਹਿੰਦੇ ਨੇ ਖਾਤਾ ਹੀ ਫਰੀਜ਼ ਹੋ ਗਿਆ। ਮੁਸੀਬਤ ਹੈ, ਪੈਸਾ ਕੰਮ ਨਹੀਂ ਆ ਰਿਹਾ, ਆਪਣਾ ਸਟੇਟਸ ਕੰਮ ਨਹੀਂ ਆ ਰਿਹਾ, ਰਿਸ਼ਤੇਦਾਰ ਕੰਮ ਨਹੀਂ ਆ ਰਹੇ, ਕੋਈ ਚੀਜ਼ ਕੰਮ ਨਹੀਂ ਆ ਰਹੀ। ਜਿਨ੍ਹਾਂ ਤੇ ਮਾਣ ਸੀ ਉਹ ਲੋਕ ਹੁਣ ਮੇਰੇ ਦੁਸ਼ਮਣ ਬਣ ਗਏ ਨੇ, ਮੇਰੇ ਲਈ ਹਾਨੀਕਾਰਕ ਬਣ ਗਏ ਨੇ। ਇਸ ਕਰਕੇ ਗੁਰੂ ਪਿਆਰਿਓ, ਮੇਰੇ ਸਤਿਗੁਰੂ ਜੀ ਕਹਿੰਦੇ ਨੇ ਮੁਸ਼ਕਲ ਦੇ ਵੇਲੇ ਇੱਕੋ ਕੰਮ ਹੀ ਕਰੀ, ਚਿੱਤ ਆਵੈ ਉਸ ਪਾਰ ਬ੍ਰਹਮ, ਲੱਗੈ ਨਾ ਤੱਤੀ ਵਾਓ, ਨਾਮ ਦਾ ਆਸਰਾ ਲਵੀਂ, ਤੈਨੂੰ ਤੱਤੀ ਵਾਹ ਵੀ ਨਹੀਂ ਲੱਗੇਗੀ ਪਿਆਰਿਆ। ਸਿੱਖ ਕੋ ਬਾਕ ਨਾ ਗੁਰੂ ਮਿਟਾਇਓ। ਸਿੱਖ ਦੇ ਬਚਨ ਸਤਿਗੁਰੂ ਕਦੇ ਨਹੀਂ ਮਿਟਾਉਂਦੇ। ਹੋਵੇ ਸਹੀ ਸਿੱਖ ਪੂਰਾ ਤੇ ਗੁਰੂ ਉਹਦਾ ਬਚਨ ਨਹੀਂ ਮਿਟਾਉਂਦਾ। ਅੱਛਾ, ਇਹਦੇ 'ਚ ਮਜ਼ੇਦਾਰ ਗੱਲ ਪਤਾ ਕੀ ਹੈ? ਜਿਹੜਾ ਕਵੇਗਾ ਵੀ ਮੈਂ ਪੂਰਾ, ਉਹ ਕਦੇ ਪੂਰਾ ਹੋਵੇਗਾ ਨਹੀਂ, ਤੇ ਜਿਹੜਾ ਪੂਰਾ ਹੋਵੇਗਾ ਉਹਨੇ ਕਦੇ ਦੱਸਣਾ ਨਹੀਂ ਵੀ ਮੈਂ ਪੂਰਾ ਵਾਂ। ਕਮਾਲ ਦੀ ਗੱਲ ਹੈ।
ਜਿਹੜਾ ਹੋਕਾ ਦੇ ਕੇ ਕਵੇਗਾ ਮੈਂ ਪੂਰਾ, ਸਮਝ ਲਓ ਅਧੂਰਾ ਤੁਰਿਆ ਫਿਰਦਾ ਹੈ। ਤੇ ਜਿਹੜਾ ਚੁੱਪਚਾਪ ਗੂੰਗਾ ਹੈ ਤੇ ਉਹਨੂੰ ਪੁੱਛੀਏ ਬਾਬਾ ਤੂੰ ਪੂਰਾ ਲੱਗਦਾ ਹੈ, ਤੇ ਉਹ ਕਹਿੰਦਾ ਮੇਰੇ ਜਿੱਡਾ ਨਲਾਇਕ, ਮੇਰੇ ਜਿੱਡਾ ਦੁਸ਼ਟ, ਮੇਰੇ ਜਿੱਡਾ ਦੇ ਪਾਪੀ ਦੁਨੀਆ ਦੇ ਕੋਈ ਨਹੀਂ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਮੇਰੇ ਸਤਿਗੁਰੂ ਜੀ ਆਪਣਿਆਂ ਪਿਆਰਿਆਂ ਦਾ ਇੱਕ ਵੀ ਬਚਨ ਕਦੇ ਝੂਠਾ ਨਹੀਂ ਪੈਣ ਦਿੰਦੇ। ਆਪਨੋ ਕਹਿਓ ਪ੍ਰਥਮ ਨਿਫਲਾਇਓ। ਆਪਣਾ ਆਖਿਆ ਬਚਨ ਮੇਰੇ ਪਾਤਸ਼ਾਹ, ਮੇਰੇ ਸਤਿਗੁਰੂ ਪਹਿਲਾਂ ਤੁਸਾਂ ਆਪ ਹੀ ਨੇਫਲ ਕਰ ਦਿੱਤਾ। ਪਾਕੀ ਕੋ ਮੁੱਲ ਕਾਚ ਬਿਕਾਈ। ਤੇ ਫੇਰ ਆਪਣਾ ਬਚਨ ਨਿਭਾ ਵੀ ਦਿੱਤਾ। ਹੁਣ ਜੇ ਕੋਈ ਕਵੇ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਹੋਇਆ ਸੀ ਵੀ ਤੇਰਾ ਕਾਰਜ ਰਾਸ ਹੋਵੇਗਾ, ਇੱਟਾਂ ਤੇ ਕੱਚੀਆਂ ਨਿਕਲੀਆਂ, ਸਤਿਗੁਰਾਂ ਦਾ ਬਚਨ ਝੂਠਾ ਪੈ ਗਿਆ? ਨਹੀਂ ਭਾਈ, ਬਚਨ ਝੂਠਾ ਨਹੀਂ ਪਿਆ। ਸਤਿਗੁਰਾਂ ਨੇ ਉਹਦੀਆਂ ਕੱਚੀਆਂ ਵੀ ਪੱਕੀਆਂ ਦੇ ਭਾਵ ਵਕਾ ਕੇ ਉਹਦਾ ਕਾਰਜ ਤੇ ਰਾਸ ਕਰ ਹੀ ਦਿੱਤਾ ਹੈ ਨਾ। ਕਾਰਜ ਰਾਸ ਹੋ ਗਿਆ, ਬਚਨ ਝੂਠਾ ਨਹੀਂ ਪਿਆ। ਪਰ ਆਪਣੇ ਸੇਵਕ ਦਾ ਬਚਨ ਵੀ ਪਾਲ ਦਿੱਤਾ, ਜਿਹਨੇ ਕਿਹਾ ਸੀ ਬੁੱਧੂ ਤੇਰਾ ਆਵਾ ਕੱਚਾ, ਉਹਦਾ ਬਚਨ ਵੀ ਪਾਲ ਦਿੱਤਾ। ਐਸੇ ਨੇ ਮੇਰੇ ਦੀਨ ਦਿਆਲ, ਮੇਰੇ ਸਮਰੱਥ ਸੱਚੇ ਪਾਤਸ਼ਾਹ ਜੀ। ਸੁਣ ਕੇ ਗੁਰ ਸਿੱਖਿਆਨ ਸਮਦਾਈ। ਇਸ ਤਰ੍ਹਾਂ ਗੁਰੂ ਕੇ ਸਿੱਖ ਸਾਰੇ ਸਤਿਗੁਰਾਂ ਦੀ ਇਹ ਮਹਿਮਾ ਜਦੋਂ ਸੁਣਦੇ ਨੇ, ਜਦੋਂ ਸਤਿਗੁਰਾਂ ਦੇ ਬਚਨਾਂ ਨੂੰ ਪ੍ਰੇਮ ਭਾਵਨਾ ਦੇ ਨਾਲ ਮਨ ਅੰਦਰ ਟਿਕਾਉਂਦੇ ਹਨ, ਆਪਨ ਪ੍ਰਤਗਿਆ ਤਾਜ ਰਣ ਮਾਹੀ। ਮੇਰੇ ਸਤਿਗੁਰੂ ਗਰੀਬ ਨਵਾਜ ਕਿਰਪਾ ਨਿਧ। ਜਿਵੇਂ ਮਹਾਭਾਰਤ ਦੇ ਵਿੱਚ ਇਉਂ ਸਾਖੀ ਆਉਂਦੀ ਹੈ ਕਿ ਕ੍ਰਿਸ਼ਨ ਨੇ ਪ੍ਰਤੱਗਿਆ ਕੀਤੀ ਸੀ ਕਿ ਮੈਂ ਸ਼ਸਤਰ ਨਹੀਂ ਚੁੱਕਣੇ, ਤੇ ਅੱਗੋਂ ਭੀਸ਼ਮ ਪਿਤਾਮਾ ਨੇ ਆਖਿਆ ਸੀ ਵੀ ਤੈਨੂੰ ਮਜਬੂਰ ਕਰ ਦਿਆਂਗਾ ਮੈਂ ਸ਼ਸਤਰ ਚੁੱਕਣ ਦੇ, ਜੇ ਤੂੰ ਸ਼ਸਤਰ ਨਾ ਚੁੱਕੇ ਤੇ ਫੇਰ ਮੇਰੀ ਭਗਤੀ ਕਾਹਦੀ ਹੋਈ, ਮਜਬੂਰ ਕਰ ਦਿਆਂਗਾ ਸ਼ਸਤਰ ਚੁੱਕਣ। ਤਾਂ ਸਾਧ ਸੰਗਤ ਜੀ ਕਹਿੰਦੇ ਨੇ ਆਖਰ ਕ੍ਰਿਸ਼ਨ ਜੀ ਮਜਬੂਰ ਹੋ ਗਏ, ਤੇ ਮਜਬੂਰ ਹੋ ਕੇ ਉਹਨਾਂ ਨੂੰ ਸ਼ਸਤਰ ਚੁੱਕਣਾ ਪਿਆ ਸੀ, ਰਥ ਦਾ ਪਹੀਆ ਚੁੱਕਣਾ ਪਿਆ ਸੀ। ਤੋ ਇਸ ਤਰ੍ਹਾਂ ਜਦੋਂ ਸਾਰੇ ਕਹਿਣ ਲੱਗੇ ਕਿ ਕ੍ਰਿਸ਼ਨ ਨੇ ਆਪਣਾ ਪ੍ਰਾਣ ਭੰਗ ਕਰ ਦਿੱਤਾ ਹੈ, ਤਾਂ ਭੀਸ਼ਮ ਨੇ ਆਖਿਆ ਸੀ ਮੇਰਾ ਕਰਕੇ ਭੰਗ ਕੀਤਾ ਹੈ, ਜੇ ਚਾਹੁੰਦੇ ਤਾਂ ਨਾ ਵੀ ਕਰਦੇ, ਪਰ ਮੇਰੀ ਲਾਜ ਆਪਣੇ ਸੇਵਕ ਦੀ ਲਾਜ ਰੱਖਣ ਲਈ ਕੀਤਾ ਹੈ। ਇਹ ਇੱਕ ਟੂਕ, ਇੱਕ ਉਦਾਹਰਣ ਹੈ। ਤੋ ਭਾਈ ਗੁਰਦਾਸ ਜੀ ਦੀ 10ਵੀਂ ਵਾਰ ਪੜੋ ਤਾਂ ਸਾਰੀਆਂ ਉਦਾਹਰਨਾਂ ਨੇ, ਭੱਟਾਂ ਦੇ ਸਵਈਏ ਪੜੋ ਸਾਰੀਆਂ ਹੀ ਉਦਾਹਰਨਾਂ ਨੇ, ਅਬ ਰਾਖੋ ਦਾਸ ਪਾਟ ਕੀ ਲਾਜ, ਸਾਰੀਆਂ ਮਿਥਿਹਾਸ ਦੀਆਂ ਉਦਾਹਰਨਾਂ ਦਿੱਤੀਆਂ ਹੋਈਆਂ। ਇਸ ਤਰ੍ਹਾਂ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕਰਕੇ ਆਪਣੇ ਸੇਵਕਾਂ ਦੀ ਲਾਜ ਰੱਖ ਲਈ। ਕਹੇ ਸ਼ਸਤਰ ਮਾਰਨ ਹਿਤ ਤਾਹੀ। ਜਿਸ ਪ੍ਰਕਾਰ ਕ੍ਰਿਸ਼ਨ ਨੂੰ ਵੀ ਆਖਰ ਭੀਸ਼ਮ ਦੀ ਪ੍ਰਤੱਗਿਆ ਪਗਾਉਣੀ ਪਈ ਸੀ, ਆਪਣਾ ਪ੍ਰਾਣ ਤੋੜਨਾ ਪਿਆ ਸੀ ਸ਼ਸਤਰ ਪਕੜ ਕੇ। ਧੁਰ ਕੀ ਬਾਣ ਇਹੀ ਪ੍ਰਭ ਕੇਰੀ। ਇਹ ਤੁਹਾਡੀ ਧੁਰ ਦੀ ਬਾਣ ਹੈ, ਇਹ ਤੁਹਾਡਾ ਬਿਰਧ ਹੈ ਜੀ। ਸਿੱਖਨ ਸਭ ਵਿਚਾਰ ਕਰ ਹੈਰੀ। ਗੁਰੂ ਕੇ ਸਿੱਖਾਂ ਨੇ ਇਸ ਤਰ੍ਹਾਂ ਵਿਚਾਰ ਕੀਤੀ ਬੜੇ ਪ੍ਰੇਮ ਨਾਲ, ਬੜੀ ਸ਼ਰਧਾ ਦੇ ਨਾਲ। ਸੋ ਖਾਲਸਾ ਜੀ ਇਹ ਤੇ ਇਹ ਸਾਖੀ ਸੰਪੂਰਨ ਹੋਈ ਹੈ ਜੋ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਾਸ ਦੂਜੀ ਦਾ 49ਵਾਂ ਅਧਿਆਏ। ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ ਕਿ ਕਿਵੇਂ ਇੱਕ ਵਪਾਰੀ ਵਪਾਰ ਕਰਨ ਆਇਆ, ਕਾਰੋਬਾਰ ਕਰਨ ਆਇਆ, ਤੇ ਜਿਹੜਾ ਆਇਆ ਸੀ ਨਾ, ਜਿਵੇਂ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ। ਉਹ ਜਿਹੜਾ ਕਾਂਸੀ ਤਾਂਬਾ ਤੇ ਲੌਂਗ ਸੁਪਾਰੀ ਵਾਲਾ ਸੀ, ਜਿਹੜਾ ਰੁਪਈਏ ਵਟਣ ਆਇਆ ਸੀ, ਉਹ ਕਿਸ ਪ੍ਰਕਾਰ ਸੰਤੋਂ ਬਨਜਿਆ ਨਾਮ ਗੋਬਿੰਦ ਕਾ। ਉਹ ਕਿਵੇਂ ਨਾਮ ਦਾ ਸੱਚਾ ਧਨ ਪ੍ਰਾਪਤ ਕਰਨ ਵਾਲਾ ਹੋ ਗਿਆ। ਆਓ ਬੜੇ ਪ੍ਰੇਮ ਨਾਲ ਅਗਲੀ ਸਾਖੀ ਸੁਣੀਏ ਜੀ। ਦੋਹਰਾ ਨਗਰ ਬਠਿੰਡੇ ਮਹਿ ਬਸੈ ਇੱਕ ਦਿਜ ਗੰਗਾ ਰਾਮ। ਜੋ ਬਠਿੰਡਾ ਨਗਰ ਹੈ ਬੜਾ ਪੁਰਾਤਨ ਇਹ ਨਗਰ ਹੈ। ਪਹਿਲਾਂ ਭਟਿੰਡਾ ਇਹਦਾ ਨਾਮ ਸੀ, ਫਿਰ ਬਾਅਦ ਵਿੱਚ ਜਾ ਕੇ ਬਠਿੰਡਾ ਬਣਿਆ। ਰਾਜੇ ਸਾਧ ਸੰਗਤ ਜੀ
ਸੋ ਆਗਿਆਪਾਲ ਇਤਿਆਦਿਕ ਜਿਹੜੇ ਪੁਰਾਣੇ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਵਾਲੇ ਰਾਜੇ, ਉਹਨਾਂ ਦੀ ਰਾਜਧਾਨੀ ਵੀ ਰਿਹਾ। ਭੱਟੀ ਰਾਜਪੂਤਾਂ ਦੀ ਰਾਜਧਾਨੀ ਰਿਹਾ। ਜਿਹੜੀ ਰਜੀਆ ਸੁਲਤਾਨਾ ਸੀ, ਇਲਤੁਮਿਸ਼ ਦੀ ਬੇਟੀ, ਇਹ ਵੀ ਇਸ ਕਿਲੇ ਦੇ ਵਿੱਚ ਜਦੋਂ ਦਿੱਲੀ ਤੋਂ ਹਾਰ ਕੇ ਆਈ ਤੇ ਇੱਥੇ ਕੈਦ ਕੀਤੀ ਗਈ ਸੀ। ਬੜਾ ਪੁਰਾਣਾ ਇਹਦਾ ਇਤਿਹਾਸ ਹੈ। ਸਾਡੇ ਨਾਲ ਇਹਦਾ ਸੰਬੰਧ ਕਲਗੀਧਰ ਪਾਤਸ਼ਾਹ ਮਹਾਰਾਜ ਸੱਚੇ ਸਤਿਗੁਰੂ ਜੀ ਦੇ ਚਰਨ ਪੈਣ ਕਰਕੇ ਹੈ। ਤੇ ਇਸ ਲਈ ਕਿਲ੍ਹਾ ਮੁਬਾਰਕ ਬਠਿੰਡਾ ਸਿੱਖਾਂ ਲਈ ਪਵਿੱਤਰ ਸਥਾਨ ਹੈ। ਇੱਥੋਂ ਦਾ ਰਹਿਣ ਵਾਲਾ ਇੱਕ ਵਪਾਰੀ ਹੈ ਜੋ ਜਾਤ ਕਰਕੇ ਬ੍ਰਾਹਮਣ ਹੈ ਤੇ ਗੰਗਾ ਰਾਮ ਇਹਦਾ ਨਾਮ ਹੈ ਜੀ। ਲਾਦ ਅਨ ਬਹੁ ਬਾਜਰਾ ਆਏ ਬਨਜ ਕੇ ਕਾਮ। ਅੱਡੋ ਅੱਡ ਚੀਜ਼ਾਂ ਦਾ ਇਹ ਵਪਾਰ ਕਰਦਾ ਤੇ ਇੱਕ ਸਾਲ ਬਾਜਰਾ ਬੜੀ ਵੱਡੀ ਗਿਣਤੀ ਵਿੱਚ ਇਹਨੇ ਖਰੀਦਿਆ ਤੇ ਬਹੁਤ ਵੱਡਾ ਬਾਜਰੇ ਦਾ ਖਾਲਸਾ ਜੀ ਇਹ ਭੰਡਾਰ, ਵੀ ਇਹਨੂੰ ਮੈਂ ਹੁਣ ਵੇਚਾਂ ਕਿਤੇ, ਮਹਿੰਗੇ ਭਾਅ ਕਿੱਥੇ ਵਿਕੇਗਾ। ਇਹ ਇਧਰੋਂ ਮਾਲਵੇ ਤੋਂ ਬਠਿੰਡੇ ਤੋਂ ਚੱਲਿਆ ਤੇ ਹਰੀਕੇ ਪੱਤਣ ਤੋਂ ਦੀ ਹੁੰਦਾ ਹੋਇਆ ਇਹ ਮਾਝੇ ਦੀ ਧਰਤੀ ਨੂੰ, ਮਾਝੇ ਦਾ ਮਤਲਬ ਹੈ ਕਿ ਜਿਹੜਾ ਬਿਆਸ ਤੇ ਰਾਵੀ ਦੇ ਵਿਚਕਾਏ ਦਾ ਇਲਾਕਾ ਹੈ। ਬਿਆਸ ਦਰਿਆ ਤੇ ਰਾਵੀ ਦੇ ਵਿਚਕਾਰ ਵਾਲਾ, ਜਿਹਨੂੰ ਦੁਆਬਾ ਬਾਰੀ ਵੀ ਕਹਿੰਦੇ ਆ। ਤੇ ਪੂਰੇ ਪੰਜਾਬ ਦਾ ਇਹ ਮੱਧ ਭਾਗ ਸੀ ਪੁਰਾਤਨ, ਜਿਹੜਾ ਵੱਡਾ ਪੰਜਾਬ। ਇਧਰਲੇ ਪਾਸੇ ਇਹ ਆ ਗਿਆ ਹੈ। ਜਾਓ ਭਾਈ ਚੱਲਿਓ ਚੱਲਿਓ ਸਤਰ ਦਰਬ ਉਲੰਘ ਆਵੇ। ਇਸ ਤਰ੍ਹਾਂ ਜਦੋਂ ਸਤਲੁਜ ਦਰਿਆ ਲੰਘ ਕਰਕੇ ਪਾਰ ਹੋ ਗਏ, ਪਾਰ ਬੇਪਾਸਾ ਤੇ ਉਤਰ ਆਏ। ਇਹ ਤੇ ਸਤਲੁਜ ਤੇ ਬਿਆਸ ਇਕੱਠੇ ਹੋ ਜਾਂਦੇ ਨੇ ਹਰੀਕੇ ਪੱਤਣ। ਇਤੋਂ ਦਰਿਆ ਪਾਰ ਕਰਦਾ ਮਾਲਵਾ ਸਾਰਾ, ਇਸ ਲਈ ਕਿ ਦੋ ਦਰਿਆ ਨਹੀਂ ਪਾਰ ਕਰਨੇ ਪੈਂਦੇ, ਇੱਕੋ ਪਾਰ ਕਰਨਾ ਪੈਂਦਾ। ਤੋ ਇਸ ਲਈ ਮੁੱਖ ਰਸਤਾ ਇਹ ਹੋਈ ਹੈ। ਸੋ ਸਾਧ ਸੰਗਤ ਜੀ ਇੱਥੋਂ ਦਰਿਆ ਪਾਰ ਕਰ ਲਿਆ। ਮਾਝੇ ਮਹਿ ਬੂਝਿਓ ਤਬ ਜਾਏ। ਮਾਝੇ ਵਿੱਚ ਪੱਟੀ ਦੇ ਇਲਾਕੇ ਵਿੱਚ ਆ ਗਿਆ ਤੇ ਇਧਰ ਇਹਦਾ ਬਾਜਰਾ ਵਿਕੇ ਨਾ। ਤਾਂ ਸਾਧ ਸੰਗਤ ਜੀ ਮਾਝੇ ਦੇ ਇਲਾਕੇ ਦੀ ਧਰਤੀ ਜਰਖੇਜ਼ ਸੀ, ਇਹ ਤੇ ਅੰਨ ਜਿਹੜਾ ਹੈ ਵੈਸੇ ਹੀ ਬੜਾ ਹੁੰਦਾ ਸੀ। ਤਾਂ ਇਹ ਬਾਜਰਾ ਬਹੁਤ ਵੱਡੀ ਗਿਣਤੀ ਵਿੱਚ ਲਿਆਇਆ ਤੇ ਇਹ ਚਾਹੁੰਦਾ ਸੀ ਥੋਕ ਦੇ ਵਿੱਚ ਹੀ ਵੇਚਾਂ, ਪਰਚੂਨ ਵੇਚਣਾ, ਮੈਂ ਥੋੜਾ ਥੋੜਾ ਕਰਕੇ ਵੇਚਾਂਗਾ, ਕਿੰਨਾ ਸਮਾਂ ਲੱਗ ਜਾਏਗਾ, ਮੈਨੂੰ ਵੱਡੇ ਗਾਹਕ ਮਿਲ ਜਾਣ ਤੇ ਚੰਗਾ ਹੈ। ਤਾਂ ਇਹਨੇ ਪੁੱਛਿਆ ਕਿਸੇ ਨੂੰ ਕਿ ਮੈਂ ਕਿੱਥੇ ਜਾ ਕੇ ਆਪਣਾ ਵਪਾਰ ਕਰਾਂ ਜਿੱਥੇ ਮੇਰਾ ਸੌਦਾ ਛੇਤੀ ਵਿਕ ਜਾਵੇ। ਅਨ ਬਾਜਰਾ ਕਹਾਂ ਬੇਕਾਏ। ਕਿੱਥੇ ਜਾਵਾਂ ਤੇ ਮੇਰਾ ਬਾਜਰਾ ਸਾਰਾ ਹੀ ਇੱਕੇ ਥਾਂ ਤੇ ਵਿਕ ਜਾਵੇ। ਜਿਸ ਥਲ ਛਿਪਰ ਲਹਿ ਕੋ ਮਾਲ। ਤੇ ਉਤੇ ਕੋਈ ਚੰਗਾ ਇਮਾਨਦਾਰ ਅੱਗੇ ਸ਼ਖਸ ਹੋਵੇ ਖਰੀਦਣ ਵਾਲਾ, ਜਿਹੜਾ ਮਾਲ ਲੈ ਵੀ ਇਕੱਠਾ ਹੀ ਲਵੇ ਤੇ ਬੇਈਮਾਨੀ ਵੀ ਕੋਈ ਨਾ ਕਰੇ, ਇਮਾਨਦਾਰੀ ਦੇ ਨਾਲ ਮੇਰੇ ਨਾਲ ਵਰਤੋਂ ਵਿਹਾਰ ਕਰਨ। ਦੇ ਕਰ ਹਟੋ ਸਕਲ ਹੀ ਤੋਲ। ਤੇ ਜਿੱਤੇ ਮੈਂ ਸਾਰਾ ਆਪਣਾ ਮਾਲ ਤੋਲ ਦਿਆਂ, ਦੇ ਦਿਆਂ ਤੇ ਛੇਤੀ ਨਾਲ ਮੇਰਾ ਕਾਰੋਬਾਰ ਹੋ ਜਾਵੇ। ਤਬ ਲੋਕਨ ਤੇ ਕਹਿਓ ਸੁਨਾਏ। ਤਾਂ ਲੋਕਾਂ ਨੇ ਇਹਨੂੰ ਫਿਰ ਇੱਕੋ ਥਾਂ ਦੀ ਦੱਸ ਪਾਈ ਹੈ। ਸ੍ਰੀ ਗੁਰੂ ਅਰਜਨ ਤਾਲ ਲਵਾਏ। ਕਹਿੰਦੇ ਫਿਰ ਜਿਹੜਾ ਗਾਹਕ ਤੂੰ ਭਾਲਦਾ ਹੈ ਨਾ, ਵੀ ਹੋਵੇ ਵੀ ਇਮਾਨਦਾਰ, ਸੌਦਾ ਵੀ ਇਕੱਠਾ ਹੀ ਲੈ ਲਵੇ, ਮਾਇਆ ਵੀ ਛੇਤੀ ਦੇ ਦੇਵੇ ਤੇ ਮੁੱਲ ਵੀ ਪੂਰਾ ਮਿਲ ਜਾਵੇ, ਇਹਦੇ ਫਿਰ ਤੇ ਇੱਕੋ ਗਾਹਕ ਹੀ ਤੈਨੂੰ ਲੱਭਣਾ ਹੈ। ਕੌਣ? ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਉਹਨਾਂ ਦੇ ਕੋਲ ਚਲਾ ਜਾ ਭਾਈ, ਨਵਾਂ ਸ਼ਹਿਰ ਵਸਾਉਂਦੇ ਪਏ ਨੇ ਤੇ ਜ਼ਰੂਰ ਉਹ ਤੇਰਾ ਮਾਲ ਖਰੀਦ ਲੈਣਗੇ। ਕਹਾਂ ਅੰਨ ਕੋ ਖਰਚ ਕਨੇਰੋ। ਉਹ ਤੇ ਅੰਨ ਦੀ ਜ਼ਰੂਰਤ ਹੈ ਬਹੁਤ ਜ਼ਿਆਦੀ, ਤੇ ਜਿੰਨਾ ਵੀ ਅੰਨ ਉੱਥੇ ਜਾਵੇ ਨਾਲੋਂ ਨਾਲ ਹੀ ਸਾਰਾ ਖਰਚ ਹੋਈ ਜਾਂਦਾ। ਸਿੱਖ ਸੰਗਤ ਕੇ ਬ੍ਰਿੰਦ ਬਡੇਰੋ। ਉਹ ਤੇ ਸੰਗਤ ਆਉਂਦੀ ਹੈ ਬਹੁਤ ਜ਼ਿਆਦੀ ਨਿੱਤਾ ਪ੍ਰਤੀ। ਅਨਕ ਮਜੂਰ ਕਾਰ ਕੋ ਕਰ। ਤੇ ਫੇਰ ਸਤਿਗੁਰਾਂ ਦੇ ਹਜੂਰ ਮਜ਼ਦੂਰ ਵੀ ਬੜੇ ਲੱਗਦੇ ਨੇ ਸੇਵਾ ਕਰਨ ਦੇ ਵਿੱਚ, ਦਿਹਾੜੀਦਾਰ ਕਾਮੇ। ਨਿਸ ਬਾਸਰ ਤਿਸ ਹੀ ਥਲ ਥਿਰ। ਉਹ ਰਾਤ ਦਿਨ ਉੱਥੇ ਹੀ ਰਹਿੰਦੇ ਨੇ ਤੇ ਗੁਰੂ ਕੇ ਲੰਗਰਾਂ ਵਿੱਚੋਂ ਹੀ ਭੋਜਨ ਛਕਦੇ ਨੇ।
ਤਾਂ ਪਹੁੰਚੈ ਗੋ ਜਿਸ ਬਾਰ। ਉਤੇ ਜਦੋਂ ਪਹੁੰਚ ਜਾਵੇਂਗਾ ਤੂੰ ਆਪ ਆਪਣੀਆਂ ਅੱਖਾਂ ਨਾਲ ਵੇਖ ਲਵੀਂ। ਹੋਏ ਹੈ ਸਕਲ ਤੋਰ ਵਿਵਹਾਰ। ਤੇਰਾ ਸਾਰਾ ਕਾਰੋਬਾਰ ਉਥੇ ਹੋ ਜਾਣਾ ਛੇਤੀ ਹੀ। ਲੈ ਕਰ ਦਰਬ ਤੁਰਤ ਘਰ ਜੈ। ਇਹ ਪੈਸੇ ਵੀ ਤੈਨੂੰ ਨਗਦ ਨਾਵੇਂ ਮਿਲ ਜਾਣੇ ਨੇ, ਮੁੱਲ ਵੀ ਪੂਰਾ ਮਿਲ ਜਾਵੇਗਾ। ਉੱਤੇ ਜਾ ਕੇ ਆਪਣਾ ਮਾਲ ਵੇਚ ਤੇ ਆਪਣੇ ਘਰ ਨੂੰ ਤੁਰਦਾ ਬਣ। ਅਪਰ ਥਾਨ ਇਮ ਨਹੀਂ ਬਿਕੈ। ਹੋਰ ਜਿੱਥੇ ਮਰਜੀ ਧੱਕੇ ਖਾਂਦਾ ਫਿਰ ਭਾਵੇਂ ਲਾਹੌਰ ਚਲਾ ਜਾ ਤੇ ਭਾਵੇਂ ਕਾਬਲ ਚਲਾ ਜਾ, ਨਾ ਤੈਨੂੰ ਤੇਰੇ ਮਾਲ ਦਾ ਮੁੱਲ ਪੂਰਾ ਮਿਲਣਾ ਹੀ, ਨਾ ਤੇਰਾ ਮਾਲ ਇਕੱਠਾ ਕਿਤੇ ਵਿਕਣਾ ਹੀ, ਤੇ ਨਾ ਹੀ ਕੋਈ ਇਮਾਨਦਾਰ ਗਾਹਕ ਤੈਨੂੰ ਲੱਭਣਾ ਹੈ। ਸੁਣ ਲੋਕਨ ਤੇ ਚੋਪ ਬਿਸਾਲਾ। ਇਸ ਕਰਕੇ ਕਿਉਂਕਿ ਗੁਰੂ ਤਾਂ ਇੱਥੇ ਸੰਸਾਰ ਵਿੱਚ ਹੀ ਨਹੀਂ ਬਲਕਿ ਪਰਲੋਕ ਵਿੱਚ ਵੀ ਬਾਂਹ ਫੜਦਾ ਹੈ, ਉਹ ਤੇ ਸੱਚ ਦਾ ਵਕੀਲ ਹੈ। ਇਸ ਤਰ੍ਹਾਂ ਜਦੋਂ ਸਤਿਗੁਰਾਂ ਦੀ ਵਡਿਆਈ ਲੋਕਾਂ ਕੋਲੋਂ ਸੁਣ ਕੇ ਲਾਦ ਅੰਨ ਸਭ ਗੁਰ ਦਿਸ ਚਾਲਾ। ਇਹ ਅੰਨ ਲੱਦ ਕੇ ਸਾਧ ਸੰਗਤ ਜੀ ਸੈਂਕੜੇ ਮਣ ਅੰਨ ਇਹਦੇ ਕੋਲ ਹੈ, ਬਾਜਰਾ ਇਹ ਚੱਲ ਪਿਆ। ਸਨੇ ਸਨੇ ਪਹੁੰਚੋ ਤੇ ਜਾਏ। ਇਹ ਚੱਲਦਾ ਚੱਲਦਾ ਸੱਚੇ ਪਾਤਸ਼ਾਹ ਜੀ ਦੇ ਨਗਰ ਵਿੱਚ ਪਹੁੰਚ ਗਿਆ ਜੀ। ਨਾਮ ਜੋ ਗੁਰ ਕੋ ਚੱਕ ਕਹਾਏ। ਜਿਸ ਨਗਰ ਦਾ ਨਾਮ ਉਹਨਾਂ ਜ਼ਮਾਨਿਆਂ ਵਿੱਚ ਗੁਰੂ ਕਾ ਚੱਕ ਕਰਕੇ ਸੱਦਿਆ ਜਾਂਦਾ ਸੀ। ਆਪਨ ਅੰਨ ਸਭ ਜਾਏ ਉਤਾਰਾ। ਉੱਤੇ ਜਾ ਕੇ ਇੱਕ ਥਾਂ ਤੇ ਡੇਰਾ ਕੀਤਾ ਤੇ ਆਪਣਾ ਸਾਰਾ ਅਨਾਜ, ਉਹ ਜਿਹੜੇ ਊਠ ਤੇ ਖੱਚਰਾਂ ਤੇ ਗੱਡੇ ਇਤਿਆਦਿਕ ਸਾਧਨ ਸੀ ਉਹਨਾਂ ਤੋਂ ਲਾ ਕੇ ਇੱਕ ਥਾਂ ਤੇ ਜਮ੍ਹਾਂ ਕਰ ਲਿਆ। ਡੇਰਾ ਕਰ ਹਰਖਿਓ ਔਰ ਭਾਰਾ। ਉੱਤੇ ਡੇਰਾ ਕਰਕੇ ਬੜਾ ਪ੍ਰਸੰਨ ਹੋਇਆ ਹੈ। ਜੈ ਮਾਨਵ ਸਮੁਦਾਇ ਦਿਸੰਤ। ਉਹ ਖੁਸ਼ ਕਿਉਂ ਹੋਇਆ ਭਲਾ? ਜਦੋਂ ਹਜ਼ਾਰਾਂ ਲੋਕ ਆਉਂਦੇ ਜਾਂਦੇ ਵੇਖੇ ਤੇ ਖੁਸ਼ ਹੋ ਗਿਆ। ਜਿੱਥੇ ਇੰਨੇ ਮਨੁੱਖ ਨੇ ਤੇ ਰੋਟੀ ਵੀ ਖਾਣੀ ਹੈ, ਤੇ ਜੇ ਰੋਟੀ ਖਾਣੀ ਹੈ ਤੇ ਅਨਾਜ ਵੀ ਇੰਨੀ ਵੱਡੀ ਗਿਣਤੀ 'ਚ ਹੀ ਚਾਹੀਦਾ ਹੈ। ਖੁਸ਼ ਹੋ ਗਿਆ ਵੀ ਹੁਣ ਮੇਰਾ ਮਾਲ ਵਿਕ ਜਾਵੇਗਾ। ਦੇਸ਼ ਵਿਦੇਸ਼ਨ ਕੋ ਵਿਚਰੰਤ। ਦੇਸ਼ ਵਿਦੇਸ਼ ਦੇ ਲੋਕ ਇੱਥੇ ਵਿਚਰਦੇ। ਕੋਈ ਤਾਂ ਦਸਤਾਰਾਂ ਤੋਂ ਪਤਾ ਲੱਗ ਜਾਂਦਾ ਵੀ ਇਹ ਕਿੱਥੋਂ ਆਇਆ। ਉਹ ਪੱਗ ਦੱਸ ਦਿੰਦੀ ਹੈ ਵੀ ਇਹ ਕਾਬਲ ਦੀ ਧਰਤੀ ਤੋਂ ਆਇਆ, ਅਫਗਾਨੀ ਹੈ। ਦਸਤਾਰ ਹੀ ਦੱਸ ਦਿੰਦੀ ਹੈ ਭਈ ਇਹ ਤਾਂ ਖੁਰਾਸਾਨ ਤੋਂ ਆਇਆ ਹੋਇਆ ਹੈ, ਇਹ ਈਰਾਨੀ ਹੈ, ਇਹ ਤਾਂ ਕਸ਼ਮੀਰੀ ਹੈ, ਇਹ ਪੂਰਬ ਤੋਂ ਆਇਆ ਹੋਇਆ ਹੈ। ਦਸਤਾਰ ਤੋਂ ਪਤਾ ਲੱਗ ਜਾਂਦਾ ਉਹਨਾਂ ਜ਼ਮਾਨਿਆਂ। ਥੋੜਾ ਪਿੱਛੇ ਜਾਈਏ ਤਾਂ ਮਾਲਵੇ ਦੇ ਬਹੁਤ ਵੱਡੇ ਖਿੱਤੇ ਵਿੱਚ ਆ ਹੁਣ ਜਾ ਕੇ ਇੱਕੋ ਜਿਹਾ ਸਾਡਾ ਡਰੈਸ ਕੋਡ ਹੋ ਗਿਆ ਹੈ। ਨਹੀਂ ਤਾਂ ਦੂਰੋਂ ਪਤਾ ਲੱਗ ਜਾਣਾ ਵੀ ਪੁੱਠੀ ਪੱਗ ਵੀ ਖੱਬੀ ਪੱਗ ਬੱਧੀ ਹੋਈ ਹੈ, ਤਾਂ ਦੂਰੋਂ ਵੇਖ ਕੇ ਪਤਾ ਲੱਗ ਜਾਣਾ ਵੀ ਇਹ ਗੁਰੂ ਦਾ ਸਿੰਘ ਮਾਲਵੇ ਤੋਂ ਆਇਆ ਹੋਇਆ, ਖੱਬੀ ਪੱਗ ਬੱਧੀ। ਤਾਂ ਇਸ ਤਰ੍ਹਾਂ ਪਤਾ ਲੱਗ ਜਾਂਦਾ। ਤਾਂ ਬੜਾ ਪ੍ਰਸੰਨ ਹੋਇਆ ਵੇਖ ਕਰਕੇ। ਹੋਤ ਤਾਲ ਕੀ ਕਾਰ ਬਿਸਾਲਾ। ਫੇਰ ਜਾ ਕੇ ਦਰਸ਼ਨ ਕੀਤੇ ਕਿ ਹਜ਼ਾਰਾਂ ਲੋਕ, ਜਿਨ੍ਹਾਂ ਚੋਂ ਸੈਂਕੜੇ ਹੀ ਸਿੱਖ ਨੇ ਸ਼ਰਧਾ ਵਾਲੇ, ਸੈਂਕੜੇ ਦਿਹਾੜੀਦਾਰ ਮਜ਼ਦੂਰ ਨੇ, ਉਹ ਕਿਰਤ ਕਰਦੇ ਪਏ ਨੇ ਸਰੋਵਰ ਦੀ ਸੇਵਾ ਦੀ। ਕਰੈ ਈਟਕਾ ਕੋ ਨਰ ਜਾਲਾ। ਤੇ ਫੇਰ ਵੇਂਦਾ ਹੈ ਕਿ ਵੱਡੇ ਵੱਡੇ ਆਵੇ ਲੱਗ ਰਹੇ ਨੇ ਜਿੱਤੇ ਇੱਟਾਂ ਪਕਾਈਆਂ ਜਾਂਦੀਆਂ। ਕੇਤਕ ਚੂਨੇ ਕੀ ਬੜਕਾਰ। ਤੇ ਬਹੁਤ ਥਾਵਾਂ ਤੇ ਚੂਨਾ ਬਣਾਇਆ ਜਾ ਰਿਹਾ। ਬੜੀ ਮਿਹਨਤ ਦਾ ਕੰਮ ਸੀ ਚੂਨਾ। ਤੇ ਜਿਹੜੇ ਸਿਆਣੇ ਬਜ਼ੁਰਗ ਦੱਸਦੇ ਨੇ ਵੀ ਜਿਹੜਾ ਚੂਨਾ ਹੈ ਨਾ, 25 ਸਾਲਾਂ ਦੇ ਵਿੱਚ ਤਾਂ ਇਹ ਜਵਾਨੀ ਹੀ ਫੜਦਾ ਹੈ। ਜਦੋਂ 25 ਸਾਲ ਹੋ ਜਾਣਾ ਇਮਾਰਤ ਬਣੀ ਨੂੰ, ਤੇ ਜਿਹੜਾ ਚੂਨਾ ਹੈ ਇਹ ਤਾਂ ਅਜੇ ਜਵਾਨੀ ਦੀ ਉਮਰ ਇਹਦੀ ਸ਼ੁਰੂ ਹੀ ਹੋਣੀ ਸ਼ੁਰੂ ਹੋਈ ਹੈ। ਤੇ ਜਿਹੜਾ ਅੱਜ ਕੱਲ੍ਹ ਵਾਲਾ ਸਾਡਾ ਸੀਮਟ ਹੈ ਉਹ 25 ਸਾਲ ਹੁੰਦੇ ਨੇ, ਕਹਿੰਦੇ ਹੁਣ ਬਾਪੂ ਢਾਹ ਕੇ ਨਵਾਂ ਬਣਾਈਏ, ਪੁਰਾਣਾ ਹੋ ਗਿਆ ਹੁਣ। ਇੰਨਾ ਫਰਕ ਸੀ। ਚੂਨੇ ਦੇ ਬਣੇ ਕਿਲੇ ਵੇਖੋ, 800 ਸਾਲ ਦੇ ਪੁਰਾਣੇ ਕਿਲੇ ਐ ਖਲੋਤੇ ਨੇ ਚੂਨੇ ਦੇ ਬਣੇ ਹੋਏ। ਤੇ ਸੀਮਟ ਦੀ ਬਣੀ ਕੋਈ ਇਮਾਰਤ ਸਰਕਾਰ ਕਹਿੰਦੀ 100 ਸਾਲ ਹੋ ਗਿਆ, ਹੁਣ ਇਹਨੂੰ ਡੇਗਦੇ ਹੋਣੇ, ਖਤਰਨਾਕ ਹੈ। ਤੇ ਚੂਨਾ ਜਿਹੜਾ ਭਾਰਤ ਦੀ ਪੁਰਾਣੀ ਟੈਕਨੋਲੋਜੀ ਸੀ, ਉਹ ਬੜੀ ਬੇਸ਼ਕੀਮਤੀ ਔਰ ਬੜੀ ਮਜ਼ਬੂਤ ਸੀ।
ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਕਾਰ ਸੇਵਾ 1920 ਚ ਹੋਣੀ ਸ਼ੁਰੂ ਹੋਈ, ਸਰੋਵਰ ਦੀ ਸੇਵਾ, ਤਾਂ ਉਸ ਵੇਲੇ ਜਦੋਂ ਸਰੋਵਰ ਦੇ ਜਲ ਨੂੰ ਕੱਢ ਕੇ ਕਾਰ ਸੇਵਾ ਆਰੰਭ ਕੀਤੀ ਗਈ ਹੈ, ਤਾਂ ਦਰਬਾਰ ਸਾਹਿਬ ਦਾ ਜੋ ਥੱਲੇ ਵਾਲਾ ਭੋਰਾ ਹੈ, ਜਿਹੜਾ ਥੱਲੇ ਵਾਲੀ ਨੀਂਹ ਹੈ ਦਰਬਾਰ ਸਾਹਿਬ ਦੀ, ਇਹਦੇ 'ਚ ਥਾਵਾਂ ਥਾਵਾਂ ਤੇ ਟੁੱਟ ਭੱਜ ਹੋਈ ਸੀ, ਨੁਕਸਾਨ ਹੋਇਆ ਸੀ। ਤਾਂ ਗੁਰੂ ਕੇ ਸਿੰਘਾਂ ਨੇ ਬਹਿ ਕੇ ਵਿਚਾਰ ਕੀਤੀ ਵੀ ਇਹ ਆਪਾਂ ਜਿੱਥੋਂ ਜਿੱਥੋਂ ਥੋੜੀ ਬਹੁਤ ਟੁੱਟ ਭੱਜ ਹੋਈ ਹੈ, ਇਹਦੀ ਮੁਰੰਮਤ ਕਰਨੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੀਂ ਵਜੂਦ ਵਿੱਚ ਆਈ ਸੀ। ਬੜੇ ਉਤਸ਼ਾਹ ਵਾਲੇ ਸੇਵਾਦਾਰ ਪ੍ਰੋਫੈਸਰ ਸਾਹਿਬ ਸਿੰਘ ਜੀ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਲੱਗੇ ਸਨ। ਉਹਨਾਂ ਨੇ ਆਪਣੀ ਜੀਵਨੀ ਦੇ ਵਿੱਚ ਇਹ ਘਟਨਾ ਲਿਖੀ ਹੈ। ਅੱਜ ਤੋਂ 100 ਸਾਲ ਪੁਰਾਣੀ ਗੱਲ ਹੈ। ਉਦੋਂ ਜੇ ਚੂਨੇ ਦੀ ਟਕਨੀਕ ਪੂਰੀ ਤਰ੍ਹਾਂ ਖਤਮ ਨਹੀਂ ਸੀ ਹੋਈ, ਤਾਂ ਵੱਡੇ ਵੱਡੇ ਚੂਨਾ ਬਣਾਉਣ ਦੇ ਮਾਹਰ, ਵੱਡੇ ਵੱਡੇ ਕਾਰੀਗਰ ਬੁਲਾਏ ਗਏ ਸ੍ਰੀ ਅੰਮ੍ਰਿਤਸਰ ਸਾਹਿਬ, ਤੇ ਆਖਿਆ ਧਨ ਪੈਸਾ ਜਿੰਨਾ ਲੱਗ ਜਾਵੇ, ਜਿੱਦਾਂ ਦਾ ਚੂਨਾ ਦਰਬਾਰ ਸਾਹਿਬ ਦੀ ਇਮਾਰਤ ਦੇ ਵਿੱਚ ਵਰਤਿਆ ਗਿਆ, ਇਦਾਂ ਦਾ ਚੂਨਾ ਤਿਆਰ ਕਰਕੇ ਇਹ ਮੁਰੰਮਤ ਕਰਨੀ ਹੈ। ਖਾਲਸਾ ਜੀ 50 ਦੇ ਕਰੀਬ ਕਾਰੀਗਰ ਸੱਦੇ ਗਏ ਸਨ, ਜਿਨ੍ਹਾਂ ਨੇ ਕਈ ਫਾਰਮੂਲੇ ਤੇ ਕਈ ਤਰੀਕੇ ਵਰਤ ਕੇ ਜ਼ੋਰ ਲਾ ਲਿਆ, ਪਰ ਸਾਰਿਆਂ ਦੇ ਹੱਥ ਖੜੇ ਹੋ ਗਏ। ਕਹਿੰਦੇ ਇਹਦੇ ਮੁਕਾਬਲੇ ਦਾ ਤਾਂ ਕੀ, ਇਹਦੇ ਨਾਲੋਂ ਅੱਧਾ ਵਧੀਆ ਚੂਨਾ, ਇਹਦੇ ਨਾਲੋਂ ਅੱਧੀ ਸਟਰੈਂਥ ਵਾਲਾ ਵੀ ਸਾਡੇ ਕੋਲੋਂ ਤਿਆਰ ਨਹੀਂ ਕੀਤਾ ਗਿਆ। ਅੰਦਾਜ਼ਾ ਲਾਈਏ ਕਿ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇਮਾਰਤ ਲਈ ਚੂਨਾ ਤਿਆਰ ਹੋ ਰਿਹਾ, ਜਿਹਦਾ ਜ਼ਿਕਰ ਆ ਰਿਹਾ ਹੈ, ਉਹ ਚੂਨਾ ਕਿੰਨੀ ਸ਼ਰਧਾ ਨਾਲ, ਕਿੰਨੇ ਪ੍ਰੇਮ ਨਾਲ, ਕਿੰਨੀ ਭਾਵਨਾ ਨਾਲ ਤਿਆਰ ਹੋਇਆ ਕਿ ਉਸ ਚੂਨੇ ਦੇ ਮੁਕਾਬਲੇ ਦਾ ਚੂਨਾ ਦੁਬਾਰਾ ਦੁਨੀਆ ਦੇ ਵਿੱਚ ਕਿਸੇ ਕੋਲੋਂ ਬਣਾਇਆ ਹੀ ਨਹੀਂ ਗਿਆ। ਉਹ ਆਪ ਨਿਰੰਕਾਰ ਨੇ ਕਲਾ ਵਰਤਾਈ ਤੇ ਆਪ ਉਹਨਾਂ ਕਾਰੀਗਰਾਂ ਦੇ ਹੱਥਾਂ ਦੇ ਵਿੱਚ ਸ਼ਕਤੀ ਪਾ ਦਿੱਤੀ, ਉਹਨਾਂ ਨੇ ਉਹ ਚੂਨਾ ਤਿਆਰ ਕੀਤਾ। ਇਸ ਕਰਕੇ ਗੁਰੂ ਸਵਾਰਿਓ, ਮੇਰੇ ਸਤਿਗੁਰੂ ਜੀ ਸੇਵਾ ਕਰਵਾ ਰਹੇ ਨੇ, ਤੇ ਸੇਵਾ ਵੇਖ ਕੇ ਗੰਗਾ ਰਾਮ ਇਹ ਵਪਾਰੀ ਬੜਾ ਪ੍ਰਸੰਨ ਹੈ। ਇਸ ਵਪਾਰੀ ਦੇ ਨਾਲ ਫਿਰ ਅੰਮ੍ਰਿਤਸਰ ਜੀ ਦੀ ਧਰਤੀ ਤੇ ਕੀ ਵਰਤਿਆ, ਇਹ ਵਪਾਰੀ ਕਿਵੇਂ ਲੁੱਟਿਆ ਗਿਆ, ਤੇ ਇਹ ਵਪਾਰੀ ਕਿਵੇਂ ਸਭ ਕੁਝ ਦਾ ਮਾਲਕ ਹੋ ਗਿਆ। ਇੱਕ ਅਰਥਾਂ ਵਿੱਚ ਕਵਾਂਗੇ ਲੁੱਟਿਆ ਗਿਆ, ਤੇ ਇੱਕ ਅਰਥਾਂ ਵਿੱਚ ਕਵਾਂਗੇ ਉਹਨੇ ਦੁਨੀਆ ਦੇ ਸਾਰੇ ਖਜ਼ਾਨੇ ਹੀ ਪਾ ਲਏ। ਆਪਣਾ ਆਪਾ ਗੁਰੂ ਦੇ ਕੋਲ ਲੁਟਾ ਦਿੱਤਾ, ਤੇ ਫਿਰ ਸਤਿਗੁਰਾਂ ਨੇ ਕਸਰ ਨਾ ਛੱਡੀ, ਗੁਰੂ ਨੇ ਆਪਣਾ ਆਪਾ ਇਹਦੀ ਝੋਲੀ ਦੇ ਵਿੱਚ ਪਾ ਦਿੱਤਾ। ਉਹ ਆਪਾਂ ਪ੍ਰਸੰਗ ਕੱਲ ਨੂੰ ਸੁਣਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਅਖੀਰਲੇ ਬਚਨਾਂ ਨੂੰ ਰਸਨਾ ਦੁਆਰਾ ਸਾਂਝੇ ਕਰੀਏ ਜੀ। ਕੇਤਕ ਚੂਨੇ ਕੀ ਬਡਕਾਰ, ਮਿਲ ਕਰ ਅਨੇਕ ਪ੍ਰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।